किडनी दे विच स्टोन्स क्यों हुंदे ने, सिम्पटम्स की आउंदे ने, कारण की हुंदे ने, इहदा ट्रीटमेंट की हो सकदा है, प्रिवेंशन की हो सकदा है। ਜਿਹੜੇ किडनी स्टोन ने पहला की हुंदा छोटा एक दाने वांग बनदा, उस तो इलावा फिर होर साइज़ दा वध जांदा। मोस्टली ਜਿਹੜੇ सारे स्टोन ने वो कैल्शियम ਜਿਹੜੇ ना ते कैल्शियम ऑक्सलेट ते हैगे ने ते ਇਹਦੇ ਕਾਰਨ ਕਈ ਨੇ। ਇੱਕ ਤੇ ਤੁਸੀਂ ਮੈਡੀਸਨ ਦੀ ਮੈਂ ਗੱਲ ਕੀਤੀ ਹੈ, ਇੱਕ ਤੁਹਾਨੂੰ ਕਿ ਜਿਨ੍ਹਾਂ ਦਾ ਭਾਰ ਜ਼ਿਆਦਾ ਹੁੰਦਾ ਜਾਂ ਜਿਹੜੇ ਲੋਕ ਡਾਇਬੈਟਿਕ ਨੇ ਉਹਨਾਂ ਨੂੰ ਵੀ ਹੋ ਸਕਦੇ ਸਟੋਨ, ਜਾਂ ਜਿਨ੍ਹਾਂ ਨੂੰ ਕੋਈ ਇੰਟੈਸਟਾਈਨ ਦੀ ਕੋਈ ਪ੍ਰੋਬਲਮ ਹੈਗੀ ਹੈ ਜਿੱਥੇ ਤੁਹਾਡਾ ਜਿਹੜਾ ਕੈਲਸ਼ੀਅਮ ਤੇ ਫਾਸਫੇਟ ਤੇ ਜਿਹੜੇ ਬਾਕੀ ਮਿਨਰਲ ਨੇ ਉਹਨਾਂ ਦੀ ਅਬਜ਼ੌਰਪਸ਼ਨ 'ਚ ਪ੍ਰੋਬਲਮ ਆ ਜੇ ਉੱਥੇ ਵੀ ਹੋ ਸਕਦੇ ਨੇ। ਜਾਂ ਫਿਰ ਤੁਸੀਂ ਕੋਈ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਵਾਸਤੇ ਜਿਹੜੇ ਡਾਇਊਰੈਟਿਕ ਪਿਸ਼ਾਬ ਵਾਲੀਆਂ ਗੋਲੀਆਂ ਖਾਂਦੇ ਹੋ ਉੱਥੇ ਵੀ ਹੋ ਜਾਂਦੇ। ਡਾਕਟਰ ਸਾਹਿਬ ਇਹ ਖਾਣ ਪੀਣ ਦੀਆਂ ਆਦਤਾਂ ਨਾਲ ਵੀ ਹੋ ਜਾਂਦੀਆਂ, ਇਹਦੇ ਨਾਲ ਫਰਕ ਪੈਂਦਾ। ਡੀਹਾਈਡਰੇਸ਼ਨ ਬਹੁਤ ਹੁੰਦਾ, ਜ਼ਿਆਦਾ ਸਾਲਟ ਖਾਣ ਵਾਲਿਆਂ ਨਾਲ ਜਾਂ ਕਿ ਲੋਕੀ ਕੈਲਸ਼ੀਅਮ ਜ਼ਿਆਦਾ ਖਾਂਦੇ ਉਹਨਾਂ ਨਾਲ ਹੋ ਜਾਂਦਾ। ਜਿਹੜੀ ਦਰਦ ਸਭ ਤੋਂ ਜਿਹੜੀ ਨਾ ਇਹਦੀ ਇੰਨੀ ਖਤਰਨਾਕ ਇਹਦੀ ਦਰਦ ਹੈ ਕਿ ਕਈ ਵਾਰੀ ਜਿਹਨੂੰ ਇੱਕ ਵਾਰੀ ਹੋਈ ਹੋਏ ਨਾ ਉਹ ਭੁੱਲ ਨਹੀਂ ਸਕਦਾ। ਸ਼ੁਰੂਆਤੀ ਸਿੰਪਟਮਸ ਡਾਕਟਰ ਸਾਹਿਬ ਕੀ ਹੋ ਸਕਦੇ ਆ? ਸਮਟਾਈਮਸ ਅਸੀਂ ਕਹਿੰਦੇ ਕਿ ਉਦਾਂ ਹੀ ਪੇਨ ਆ ਹੋ ਕੇ ਤੇ ਹਟ ਗਈ, ਕਈ ਵਾਰੀ ਇਹ ਵੀ ਹੁੰਦਾ। ਤਾਂ ਜੇ ਕਿਵੇਂ ਪਤਾ ਲੱਗੂਗਾ ਕਿ ਇਹ ਪੇਨ ਜਿਹੜੀ ਆ ਉਹ ਸਟੋਨਸ ਦੇ ਕਰਕੇ ਹੀ ਹੈ? ਇਹ ਵੀ ਬੜੀ ਵਾਰੀ ਦੇਖਿਆ ਗਿਆ ਕਿ ਤੁਹਾਡੇ ਸਟੋਮਕ ਵਿੱਚ ਕੋਈ ਪ੍ਰੋਬਲਮ ਹੈ, ਤੁਸੀਂ ਅਲਟਰਾਸਾਊਂਡ ਕਰਾਉਣ ਲਈ ਗਏ ਹੋ ਜਾਂ ਤੁਸੀਂ ਸੀਟੀ ਐਬਡੋਮਨ ਕਰਾਇਆ ਕਿਸੇ ਹੋਰ ਕੰਮ ਵਾਸਤੇ, ਉਹ ਕਹਿਣਗੇ ਤੁਹਾਡੀ ਪੱਥਰੀ ਵੀ ਹੈਗੀ ਹੈ, ਤੁਹਾਨੂੰ ਕਹਿਣਾ ਮੈਨੂੰ ਤਾਂ ਕਦੀ ਪ੍ਰੋਬਲਮ ਨਹੀਂ ਹੋਈ। ਸੋ ਇਹਦਾ ਮਤਲਬ ਹੈ ਕਿ ਕਈਆਂ ਲੋਕਾਂ ਨੂੰ ਬਿਨਾਂ ਪੇਨ ਤੋਂ ਵੀ ਪੱਥਰੀ ਹੋ ਸਕਦੀ ਹੈ। ਕਈ ਵਾਰੀ ਲੋਕ ਕਹਿਣਗੇ ਵੀ ਮੈਨੂੰ ਤਾਂ ਸਟੋਨ ਹੋ ਗਏ, ਮੇਰੇ ਡਾਕਟਰ ਨੇ ਕਿਹਾ ਸੀ 2-4 ਬੀਅਰ ਪੀਓ ਠੀਕ ਹੋ ਜਾਓਗੇ, ਕਿਉਂਕਿ ਨੈਚੁਰਲੀ ਜਿਹੜਾ ਤੁਹਾਡਾ ਉਹ ਜਿਹੜੀ ਪਿਸ਼ਾਬ ਦੀ ਨਾਲੀ ਦੇ ਵਿੱਚ ਜਿਹੜਾ ਸਟੋਨ ਫਸਿਆ, ਜਿਹੜਾ ਰੋੜਾ ਛੋਟਾ ਜਿਹਾ ਫਸਿਆ, ਉਹਨੂੰ ਕੱਢਣ ਵਾਸਤੇ ਪੁਸ਼ ਤੇ ਕਰਨਾ ਪੈਣਾ। ਤੇ ਉਹਦਾ ਤਰੀਕਾ ਕੀ ਪੁਸ਼ ਕਰਨ ਦਾ? ਯੂ ਹੈਵ ਟੂ ਡਰਿੰਕ ਲਾਟ ਆਫ ਫਲੂਇਡਸ। ਤੇ ਆਪਣੇ ਨੂੰ ਬਹਾਨਾ ਚਾਹੀਦਾ ਵੀ ਚਲੋ ਵੀ ਬਾਕੀ ਕੰਮ ਕਰ ਲਓ, ਪਰ ਪਾਣੀ ਵੀ ਉਹੀ ਕੰਮ ਕਰ ਸਕਦਾ। ਦੈਟਸ ਰਾਈਟ, ਪਾਣੀ ਉਹ ਕੰਮ ਕਰਦਾ, ਪਰ ਜੇ ਤੁਸੀਂ ਹਾਰਡ ਲਿਕਰ ਪੀਓਗੇ ਤੇ ਉਹ ਕੰਮ ਬੜਾ ਖਰਾਬ ਹੋਣਾ। ਇਹ ਨਹੀਂ ਵੀ ਇੱਕ ਵਾਰੀ ਸਟੋਨ ਹੋ ਗਏ ਨੇ ਤੇ ਦੁਬਾਰਾ ਨਹੀਂ ਹੋਣੇ, ਦੁਬਾਰਾ ਵੀ ਹੋ ਸਕਦੇ ਆ। ਆਮ ਤੌਰ ਤੇ ਲੋਕੀ ਕਹਿਣਗੇ ਵੀ ਇਹਦੀ ਜੀ ਇਹਦਾ ਤੁਸੀਂ ਚੈੱਕ ਕਰਾਓ ਜੀ ਇਹ ਕਿਹੜੀ ਚੀਜ਼ ਨਾਲ ਬਣਿਆ, ਪਰ ਉਹਨਾਂ ਨੂੰ ਬਹੁਤ ਵਾਰੀ ਕਹੀਦਾ ਵੀ ਇਹਦੇ ਨਾਲ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ। ਇਹ ਨਾ ਹੈ ਵੀ ਤੁਹਾਨੂੰ ਕਿਸੇ ਹੋਰ ਦਾ ਸਟੋਨ ਕੱਢ ਕੇ ਫੜਾ ਦੇਣ ਵੀ ਤੁਹਾਡਾ ਸਟੋਨ ਕੱਢਤਾ, ਇਹ ਵੀ ਬੜਾ ਉੱਥੇ ਸਿਆਪਾ ਹੈ। ਉਹਨਾਂ ਨੇ ਕਹਿਣਾ ਵੀ ਆਹ ਤੁਹਾਡਾ ਕੱਢਤਾ ਜੀ, ਤੁਹਾਨੂੰ ਕਿਸ ਤਰ੍ਹਾਂ ਪਤਾ ਤੁਹਾਡੇ ਉਸੇ ਵਕਤ ਕਿਸ ਤਰ੍ਹਾਂ ਕੱਢਤਾ। ਸੈਕਿੰਡ ਹੁੰਦਾ ਵੀ ਜੇ ਜਾਓਗੇ ਤਾਂ ਉਹਨੇ ਕਹਿਣਾ ਸਟੋਨ ਤੇ ਨਹੀਂ ਆਇਆ, ਹੁਣ ਤੁਹਾਡਾ ਆਪਰੇਸ਼ਨ ਕਰ ਦੇਣੇ ਆ। ਇਹੋ ਜਿਹੇ ਕੰਮ 'ਚ ਨਾ ਪਾਓ, ਕਿਉਂਕਿ ਉੱਥੇ ਗੁਰਦੇ ਵੀ ਕੱਢਣ ਦਾ ਬੜਾ ਅੱਜ ਕੱਲ੍ਹ ਕੰਮ ਹੈ। ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ, ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਹੈਲਥ ਸ਼ੋਅ ਦੇ ਵਿੱਚ ਸਵਾਗਤ ਹੈ। ਤੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਗੱਲਬਾਤ ਬਹੁਤ ਇਨਫੋਰਮੇਟਿਵ ਹੋਣ ਵਾਲੀ ਹੈ ਤੇ ਧਿਆਨ ਨਾਲ ਜ਼ਰੂਰ ਸੁਣਿਓ, ਕਿਉਂਕਿ ਇਹ ਜੋ ਬਿਮਾਰੀ ਦੀ ਗੱਲ ਹੈ ਜਾਂ ਇਸ ਪ੍ਰੋਬਲਮ ਦੀ ਗੱਲ ਹੈ, ਇਹ ਬਹੁਤ ਸਾਰੇ ਲੋਕਾਂ ਦੇ ਅਸੀਂ ਮੂੰਹ ਚੋਂ ਸੁਣੀ ਹੈ ਕਿ ਪੱਥਰੀ ਹੋ ਗਈ ਹੈ, ਕਿਡਨੀ ਸਟੋਨਸ ਹੋ ਗਏ ਨੇ। ਕਿਡਨੀ ਦੇ ਵਿੱਚ ਸਟੋਨਸ ਕਿਉਂ ਹੁੰਦੇ ਨੇ, ਸਿੰਪਟਮਸ ਕੀ ਆਉਂਦੇ ਨੇ, ਕਾਰਨ ਕੀ ਹੁੰਦੇ ਨੇ, ਇਹਦਾ ਟ੍ਰੀਟਮੈਂਟ ਕੀ ਹੋ ਸਕਦਾ, ਪ੍ਰੀਵੈਂਸ਼ਨ ਕੀ ਹੋ ਸਕਦੀ ਹੈ, ਇਸ ਸਭ ਦੇ ਬਾਰੇ ਅੱਜ ਵਿਸਥਾਰ ਦੇ ਵਿੱਚ ਗੱਲਬਾਤ ਹੋਵੇਗੀ। ਤੇ ਹਮੇਸ਼ਾ ਦੀ ਤਰ੍ਹਾਂ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਡਾਕਟਰ ਗੁਲਜ਼ਾਰ ਚੀਮਾ। ਆਓ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ। ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ। ਥੈਂਕ ਯੂ ਐਂਡ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਗੁੱਡ ਡੇ ਜੀ। ਜਿਹੜੀ ਆਪਾਂ ਅੱਜ ਗੱਲ ਕਰਾਂਗੇ ਦੀ ਕਿਡਨੀ ਸਟੋਨ ਦੀ। ਕਿਡਨੀ ਵਿੱਚ ਜਿਹੜੇ ਪੱਥਰ ਨੇ ਇਹ ਕਿਸ ਤਰ੍ਹਾਂ ਬਣਦੇ ਨੇ, ਉਹਦੀ ਡੈਫੀਨੇਸ਼ਨ ਤੇ ਪੱਥਰ ਹੀ ਹੋ ਗਿਆ ਸਟੋਨ। ਸੋ ਪੰਜਾਬੀ ਵਿੱਚ ਪੱਥਰੀ ਕਹਿ ਦਿੰਦੇ, ਪੱਥਰੀਆਂ ਕਹਿ ਦਿੰਦੇ, ਕੋਈ ਪੱਥਰ ਕਹਿ ਦਿੰਦਾ, ਕੋਈ ਪੱਥਰੀਆਂ ਕਹਿ ਦਿੰਦਾ, ਕੋਈ ਸਟੋਨ ਕਹਿ ਦਿੰਦਾ। ਕੋਈ ਜਿਹੜੇ ਇਲਾਕੇ ਤੋਂ ਪੰਜਾਬ ਦੇ ਲੋਕ ਆਏ ਨੇ ਉਹਨਾਂ ਦੇ ਜਿਹੜੇ ਇੰਡੀਵਿਜੂਅਲ ਜਿਹੜੇ ਸ਼ਹਿਰ ਨੇ ਉਹਨਾਂ ਵਿੱਚ ਹਰ ਇੱਕ ਦਾ ਆਪਣਾ ਬੋਲੀ ਦਾ ਤਰੀਕਾ ਵੱਖਰਾ। ਮੈਂ ਕਈ ਵਾਰੀ ਸਮਝਣਾ ਵੀ ਜਿਹੜੀ ਸਾਡੀ ਭਾਸ਼ਾ ਇੰਗਲਿਸ਼ ਦੇ ਵਿੱਚ ਇੱਕ ਵਰਡ ਤੇ ਹੈ ਨਾ ਕਿ ਸਟੋਨ ਇਜ਼ ਸਟੋਨ, ਪਰ ਜੇ ਆਪਾਂ ਜਿੱਥੋਂ ਅਸੀਂ ਆਏ ਹਾਂ ਮੈਨੂੰ ਜਾਪਦਾ ਹਰ ਜ਼ਿਲ੍ਹੇ ਦੇ ਵਿੱਚ ਉਹਦੇ ਬਾਰੇ ਨਵਾਂ ਹੀ ਨਾਂ ਹੈ। ਸੋ ਕਈ ਵਾਰੀ ਕੋਈ ਪੇਸ਼ੈਂਟ ਆਉਣਗੇ, ਕਈ ਵਾਰੀ ਕੋਈ ਕਹਿੰਦਾ ਮੇਰੀ ਬੈਕ ਦੁਖਦੀ, ਕੋਈ ਕਹਿੰਦਾ ਮੇਰੀ ਢੂਈ ਦੁਖਦੀ ਹੈ, ਕੋਈ ਕਹਿੰਦਾ ਮੇਰਾ ਪਿੱਛਾ ਦੁਖਦਾ। ਅਤੇ ਉਹਨਾਂ ਨੂੰ ਫਿਰ ਜੋ ਤੁਸੀਂ ਪੁੱਛਣ ਦੀ ਕੋਸ਼ਿਸ਼ ਕਰੋ, ਫਿਰ ਜੇ ਬੈਕ ਬੜਾ ਸੌਖਾ ਕੰਮ ਹੈ। ਸੋ ਇਸੇ ਕਰਕੇ ਜਿੰਨੀਆਂ ਵੀ ਸਾਡੀਆਂ ਜਿਹੜੀਆਂ ਪ੍ਰੋਬਲਮ ਨੇ, ਜਿਹੜੀਆਂ ਹੈਲਥ ਦੇ ਇਸ਼ੂਜ਼ ਨੇ ਨਾ, ਮੈਂ ਕਈ ਵਾਰੀ ਪ੍ਰੋਗਰਾਮ ਕਰਨਾ ਅਤੇ ਮੈਨੂੰ ਹੁੰਦਾ ਕਿ ਕਈ ਵਾਰੀ ਲੋਕ ਕਹਿਣਗੇ ਵੀ ਇਹ ਬੋਲੀ ਜਿਹੜੀ ਹੈ ਪਤਾ ਨਹੀਂ ਕਿਹੜੇ ਇਲਾਕੇ ਦੀ ਬੋਲਦੇ ਨੇ, ਕਿਸ ਤਰੀਕੇ ਨਾਲ ਬੋਲਦੇ ਨੇ, ਪਰ ਉਹਨਾਂ ਨੂੰ ਕਹੀਦਾ ਵੀ ਹੁਣ ਪੰਜਾਬੀ ਜਿਹੜੀ ਭਾਸ਼ਾ ਉਹ ਤਾਂ ਇੱਕੋ ਹੀ ਹੈ। ਪਰ ਜੇ ਉਹਨੂੰ ਆਪਾਂ ਨੇ
ਤੋੜ ਲਿਆ, ਮਰੋੜ ਲਿਆ, ਉਹਨੂੰ ਪੁੱਠਾ ਸਿੱਧਾ ਪਰ ਹਰ ਇਲਾਕੇ ਦੀ ਡਾਕਟਰ ਸਾਹਿਬ ਆਪਣੀ ਖੂਬਸੂਰਤੀ ਹੈਗੀ ਹੈ। ਸੋ ਆਪਾਂ ਕੋਸ਼ਿਸ਼ ਜ਼ਰੂਰ ਕਰੀਦੀ ਹੈ ਕਿ ਹਰ ਕਿਸੇ ਨੂੰ ਸਮਝ ਆ ਜਾਵੇ ਕਿ ਇੰਨੀ ਕੁ ਤੁਹਾਡੀ ਭਾਸ਼ਾ ਸਰਲ ਹੁੰਦੀ ਹੈ, ਕਿਉਂਕਿ ਹਮੇਸ਼ਾ ਤੁਸੀਂ ਪ੍ਰੋਗਰਾਮ ਕਰਦੇ ਆ ਤੇ ਅੱਜ ਸਾਨੂੰ ਮੈਨੂੰ ਲੱਗਦਾ 3-4 ਸਾਲ ਤਾਂ ਹੋ ਗਏ ਆ ਪ੍ਰੋਗਰਾਮ ਕਰਦੇ ਆ, ਕਿ ਤੁਹਾਡੀ ਭਾਸ਼ਾ ਇੰਨੀ ਕੁ ਵਧੀਆ ਹੁੰਦੀ ਹੈ, ਇੰਨੀ ਸਰਲ ਹੁੰਦੀ ਹੈ ਕਿ ਹਰ ਕੋਈ ਆਸਾਨੀ ਨਾਲ ਸਮਝ ਜਾਂਦਾ ਕਿ ਅਸੀਂ ਗੱਲਬਾਤ ਕਿਸ ਟੌਪਿਕ ਦੇ ਉੱਤੇ ਕਰ ਰਹੇ ਹਾਂ ਜੀ। ਸੋ ਕਿਉਂਕਿ ਸਟੋਨ ਬਾਰੇ ਅੱਜ ਮੈਂ ਗੱਲ ਕਰਨੀ ਚਾਹੁੰਦਾ। ਜਿਹੜੇ ਗੁਰਦੇ ਨੇ, ਹਾਂਜੀ, ਪਹਿਲੀ ਗੱਲ ਤੇ ਵੀ ਜਿਹੜੇ ਗੁਰਦਿਆਂ ਵਿੱਚ ਜਿਹੜੇ ਸਟੋਨ ਉਹ ਕਿਸ ਤਰ੍ਹਾਂ ਬਣਦੇ ਨੇ। ਆਮ ਤੌਰ 'ਤੇ ਸਾਰਿਆਂ ਨੇ ਹੁੰਦਾ ਵੀ ਜਿਹੜੇ ਸਾਡੇ ਗੁਰਦੇ ਨੇ ਉਹ ਪੇਟ ਦੇ ਵਿੱਚ ਨੇ। ਐਕਚੁਅਲੀ ਗੁਰਦੇ ਜਿਹੜੇ ਸਾਡੇ ਬੈਕ ਦਾ ਜਿਹੜਾ ਹਿੱਸਾ ਉਹਦੇ ਵਿੱਚ ਹੁੰਦਾ ਹੈ। ਸੋ ਨਾਰਮਲੀ ਜਿਹੜਾ ਗੁਰਦਿਆਂ ਦਾ ਕੰਮ ਕੀ ਹੈ ਕਿ ਬਾਡੀ ਦਾ ਜਿਹੜਾ ਵੇਸਟ ਪ੍ਰੋਡਕਟ ਹੈ ਉਹਨੂੰ ਬਾਹਰ ਕੱਢਣਾ ਪਿਸ਼ਾਬ ਦੇ ਰਸਤੇ। ਜਦੋਂ ਕਿਸੇ ਵੀ ਕਾਰਨ ਕਰਕੇ ਜਿਹੜਾ ਵੇਸਟ ਪ੍ਰੋਡਕਟ ਹੈ, ਕੋਈ ਮਿਨਰਲਸ ਹੋਣ, ਕੋਈ ਸਾਲਟ ਹੋਏ ਜਾਂ ਕੋਈ ਹੋਰ ਜਿਹੜੀਆਂ ਅਬਨੋਰਮਲ ਕੋਈ ਛੋਟੀਆਂ ਮੋਟੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਨਹੀਂ ਕਲੀਨ ਹੁੰਦੀਆਂ, ਅਤੇ ਉਹ ਤੁਹਾਡਾ ਜਾਂ ਤੁਸੀਂ ਪਾਣੀ ਨਹੀਂ ਪੀਤਾ ਜਾਂ ਤੁਹਾਡੀ ਬਾਡੀ ਵਿੱਚ ਤੁਸੀਂ ਕੋਈ ਡਾਈਟ ਇਹੋ ਜਿਹੀ ਲੈ ਰਹੇ ਹੋ ਜਿਹਦੇ ਵਿੱਚ ਕੈਲਸ਼ੀਅਮ ਜ਼ਿਆਦਾ, ਜਾਂ ਕੋਈ ਤੁਸੀਂ ਮੈਡੀਸਨ ਇਹੋ ਜਿਹੀਆਂ ਲੈ ਰਹੇ ਹੋ ਕਿ ਜਿਹੜਾ ਮੈਡੀਸਨ ਜਿਹੜੀਆਂ ਨਾ ਉਹ ਸਟੋਨ ਨੂੰ ਬਣਾਉਂਦੀਆਂ ਨੇ, ਜਾਂ ਤੁਹਾਡੀ ਡਾਈਟ ਇਹੋ ਜਿਹੀ ਹੈ ਵੀ ਤੁਸੀਂ ਸਟੋਨ ਤੁਹਾਡੀ ਬਾਡੀ ਵਿੱਚ ਬਣਦੇ ਪਏ ਨੇ। ਅਤੇ ਉਸ ਸਮੇਂ ਦੇ ਵਿੱਚ ਜਿਹੜੇ ਕਿਡਨੀ ਸਟੋਨ ਨੇ, ਪਹਿਲਾਂ ਕੀ ਹੁੰਦਾ ਛੋਟਾ ਇੱਕ ਦਾਣੇ ਵਾਂਗ ਬਣਦਾ, ਉਸ ਤੋਂ ਇਲਾਵਾ ਫਿਰ ਇਹ ਹੋਰ ਸਾਈਜ਼ ਦਾ ਵੱਧ ਜਾਂਦਾ। ਮੋਸਟਲੀ ਜਿਹੜੇ ਸਾਰੇ ਸਟੋਨ ਨੇ ਉਹ ਕੈਲਸ਼ੀਅਮ ਅਤੇ ਕੈਲਸ਼ੀਅਮ ਆਕਸੇਲੇਟ 'ਤੇ ਹੈਗੇ ਨੇ, ਅਤੇ ਇੱਕ ਅੱਧਾ ਹੋਰ ਟਾਈਪ ਹੁੰਦਾ। ਸੋ ਉਹ ਬਹੁਤੇ ਨਾਮਾਂ ਵਿੱਚ ਨਹੀਂ ਮੈਂ ਜਾਣਾ, ਅਤੇ ਇਹ ਦੱਸਣਾ ਕਿ ਜਿਹੜੀ ਇਹਦੇ ਕਾਰਨ ਕਈ ਨੇ। ਇੱਕ ਤਾਂ ਤੁਸੀਂ ਮੈਡੀਸਨ ਦੀ ਮੈਂ ਗੱਲ ਕੀਤੀ ਹੈ, ਇੱਕ ਤੁਹਾਨੂੰ ਕਿ ਜਿਨ੍ਹਾਂ ਦਾ ਭਾਰ ਜ਼ਿਆਦਾ ਹੁੰਦਾ ਜਾਂ ਜਿਹੜੇ ਲੋਕ ਡਾਇਬੈਟਿਕ ਨੇ ਉਹਨਾਂ ਨੂੰ ਵੀ ਹੋ ਸਕਦੇ ਸਟੋਨ, ਜਾਂ ਜਿਨ੍ਹਾਂ ਨੂੰ ਕੋਈ ਇੰਟੈਸਟਾਈਨ ਦੀ ਕੋਈ ਪ੍ਰੋਬਲਮ ਹੈਗੀ ਹੈ ਜਿੱਥੇ ਤੁਹਾਡਾ ਜਿਹੜਾ ਕੈਲਸ਼ੀਅਮ ਅਤੇ ਫਾਸਫੇਟ ਅਤੇ ਜਿਹੜੇ ਬਾਕੀ ਮਿਨਰਲ ਨੇ ਉਹਨਾਂ ਦੀ ਅਬਜ਼ੋਰਪਸ਼ਨ 'ਚ ਪ੍ਰੋਬਲਮ ਆ ਜਾਏ, ਉੱਥੇ ਵੀ ਹੋ ਸਕਦੇ ਨੇ। ਜਾਂ ਫਿਰ ਤੁਸੀਂ ਕੋਈ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਵਾਸਤੇ ਜਿਹੜੇ ਇਹਨਾਂ ਡਾਇਊਰੈਟਿਕ ਪਿਸ਼ਾਬ ਵਾਲੀਆਂ ਗੋਲੀਆਂ ਖਾਂਦੇ ਹੋ, ਉੱਥੇ ਵੀ ਹੋ ਜਾਂਦੇ। ਸੋ ਇਹ ਕਲੈਕਸ਼ਨ ਆਫ 3-4 ਗੱਲਾਂ ਨੇ ਜਿਹਦੇ ਵਿੱਚ ਮੋਸਟਲੀ ਜਿਹੜੇ ਲੋਕ ਫਿੱਟ ਹੁੰਦੇ ਨੇ ਸਾਰੇ ਪੇਸ਼ੈਂਟ। ਅਤੇ ਕਈ ਵਾਰੀ ਹੁੰਦਾ ਵੀ ਫੈਮਿਲੀ ਵਿੱਚ ਵੀ ਰਨ ਕਰਦਾ, ਕਈ ਵਾਰੀ ਕਹਿਣਗੇ ਵੀ ਸਟੋਨ ਵੀ ਸਾਡੀ ਫੈਮਿਲੀ ਵਿੱਚ ਇਹ ਆ ਗਏ ਸੀ, ਪਹਿਲਾਂ ਵੀ ਸੀ, ਮੇਰੇ ਕਿਸੇ ਨਾ ਕਿਸੇ ਨੂੰ ਘਰ ਦੇ ਵਿੱਚ ਸ਼ਾਇਦ ਵੀ ਮੈਨੂੰ ਵੀ ਹੋ ਜਾਣ। ਸੋ ਕਈ ਗੱਲਾਂ ਦੇ ਅਨਨੋਨ ਨੇ, ਉਹਨਾਂ ਬਾਰੇ ਪਤਾ ਨਹੀਂ, ਪਰ ਮੋਸਟਲੀ ਜਿਹੜਾ ਇਹੋ ਹੀ ਆ ਕਲੈਕਸ਼ਨ ਆਫ ਕਿ ਜਿਹੜਾ ਸਟੋਨ ਹੈ, ਜਿਹੜੀਆਂ ਪੱਥਰੀਆਂ ਨੇ ਇਹ ਬਣਦੀਆਂ ਕਿਡਨੀ ਦੇ ਉੱਪਰਲੇ ਹਿੱਸੇ 'ਚ, ਫਿਰ ਜਿੱਥੇ ਜਿੱਥੇ ਉਹ ਟਰੈਵਲ ਕਰਦੀਆਂ ਨੇ ਕਿਡਨੀ ਦਾ ਡਾਕਟਰ ਸਾਹਿਬ ਇਹ ਖਾਣ ਪੀਣ ਦੀਆਂ ਆਦਤਾਂ ਨਾਲ ਵੀ ਹੋ ਜਾਂਦੀਆਂ, ਇਹਦੇ ਨਾਲ ਫਰਕ ਪੈ ਜਾਂਦਾ। ਡੀਹਾਈਡਰੇਸ਼ਨ ਬਹੁਤ ਹੁੰਦਾ ਜ਼ਿਆਦਾ ਸਾਲਟ ਖਾਣ ਵਾਲਿਆਂ ਨਾਲ, ਜਾਂ ਕਿ ਲੋਕ ਕੈਲਸ਼ੀਅਮ ਜ਼ਿਆਦਾ ਖਾਂਦੇ ਉਹਨਾਂ ਨਾਲ ਹੋ ਜਾਂਦਾ। ਪਰ ਜਦੋਂ ਸਟੋਨ ਹੈ ਇਹ ਮੋਸਟਲੀ ਪਹਿਲਾਂ ਦੇ ਕਿਡਨੀ 'ਚ ਬਣਨਾ, ਫਿਰ ਕਿਡਨੀ ਦਾ ਜਿਹੜਾ ਕਨੈਕਸ਼ਨ ਸਾਡੇ ਯੂਰੀਨਰੀ ਬਲੈਡਰ ਨਾਲ ਹੈ, ਜਿਹੜਾ ਪਿਸ਼ਾਬ ਵਾਲੀ ਜਿਹੜੀ ਥੈਲੀ ਹੈ ਉਹਦੇ ਨਾਲ ਜਿਹੜਾ ਯੂਰੀਟਰ ਉਹ ਨਾਲੀ ਹੈ, ਫਿਰ ਉਸ ਤੋਂ ਬਾਅਦ ਜਿਹੜਾ ਉਹਦੇ ਵਿੱਚੋਂ ਬਲੈਡਰ ਵਿੱਚ ਜਾ ਕੇ ਫਿਰ ਇਹਨੇ ਪਾਸ ਹੋਣਾ ਹੁੰਦਾ। ਸੋ ਜਿੱਥੇ ਜਿੱਥੇ ਇਹਨੇ ਟਰੈਵਲ ਕਰਨਾ ਉਸ ਹਿਸਾਬ ਨਾਲ ਜਿਹੜੀਆਂ ਨੇ ਜਿਉਂ ਇਰੀਟੇਸ਼ਨ ਕਰਦਾ ਉਸ ਹਿਸਾਬ ਨਾਲ ਪੇਨ ਹੁੰਦੀ ਹੈ। ਜਿਹੜੀ ਦਰਦ ਸਭ ਤੋਂ ਇਹਦੀ ਇੰਨੀ ਖਤਰਨਾਕ ਇਹਦੀ ਦਰਦ ਹੈ ਕਿ ਕਈ ਵਾਰੀ ਜਿਹਨੂੰ ਇੱਕ ਵਾਰੀ ਹੋਈ ਹੋਏ ਨਾ ਉਹ ਭੁੱਲ ਨਹੀਂ ਸਕਦਾ। ਅਤੇ ਇਹਦਾ ਹੁੰਦਾ ਵੀ ਕਿਉਂਕਿ ਨੈਚੁਰਲੀ ਜਿਹੜੇ ਸਟੋਨ ਨੇ ਜਿਹੜਾ ਉਹ ਨਾਲੀਆਂ ਨੇ, ਜਾਂ ਜਿਹੜੀ ਤੁਸੀਂ ਕਹਿ ਲਓ ਵੀ ਬਾਡੀ ਦੇ ਵਿੱਚ ਜਿਹੜੀ ਪਲੰਬਿੰਗ ਹੈ ਉਹਨੂੰ ਜਦੋਂ ਵੀ ਕਿਤੇ ਬਲੋਕੇਜ ਹੋਣਾ ਅਤੇ ਟਰਬਲ ਤਾਂ ਹੋਣੀ ਹੈ। ਉਹਦੇ ਨਾਲ ਹੁੰਦਾ ਕਿ ਤੁਹਾਡਾ ਪਿਸ਼ਾਬ ਜਿਹੜਾ ਰੁਕਦਾ, ਕਈ ਵਾਰੀ ਪਿਸ਼ਾਬ ਦਾ ਰੰਗ ਬਦਲ ਜਾਂਦਾ। ਜੇ ਉਹ ਪਿਸ਼ਾਬ ਕਿਤੇ ਸਟੋਨ ਪਿਸ਼ਾਬ ਨੂੰ ਬੰਦ ਕਰਨਗੇ ਉਹ ਨਾਲੀ ਨੂੰ, ਤਾਂ ਨੈਚੁਰਲੀ ਉਹਦਾ ਬਲੱਡ ਵੀ ਹੋ ਸਕਦਾ, ਉਹਦੇ ਨਾਲ ਇਰੀਟੇਸ਼ਨ ਵੀ ਹੋ ਸਕਦੀ ਹੈ, ਇਨਫੈਕਸ਼ਨ ਵੀ ਬਣ ਸਕਦੀ ਹੈ, ਅਬਸਟਰਕਸ਼ਨ ਵੀ ਹੋ ਸਕਦੀ ਹੈ। ਜਦੋਂ ਜਿਹੜੇ ਸਟੋਨ ਨੇ ਉਸ ਪਿਸ਼ਾਬ ਨੂੰ ਇੰਨਾ ਰੋਕ ਦੇਣ ਕਿ ਉਹ ਜਿਹੜਾ ਮੇਨ ਪਾਰਟ ਹੈ ਕਿਡਨੀਜ਼ ਦਾ, ਜਿਹੜਾ ਕਿ ਬਲੈਡਰ ਦੀ ਥੈਲੀ ਨਾਲ ਜੋੜਦਾ, ਉਹਦੇ ਵਿੱਚ ਇਨਫੈਕਸ਼ਨ ਹੋਣ ਦੇ ਬੜੇ ਚਾਂਸਸ ਹੋ ਜਾਂਦੇ ਨੇ। ਉਹ ਬੜਾ ਖਤਰਨਾਕ ਕੰਮ ਹੁੰਦਾ ਕਿ ਤੁਹਾਨੂੰ ਇੱਕ ਤਾਂ ਸਟੋਨ ਨੇ ਨਾਲ ਤੁਹਾਨੂੰ ਪਾਇਲੋਨੇਫਰਾਈਟਿਸ ਹੋ ਗਿਆ, ਇਨਫਲਾਮੇਸ਼ਨ ਹੋ ਗਈ। ਇਨਫਲਾਮੇਸ਼ਨ ਜਦੋਂ ਹੁੰਦੀ ਹੈ ਤੁਹਾਨੂੰ ਨੁਕਸਾਨ ਕਰਦੀ ਹੈ। ਸੋ ਇਹਦੀ ਜਿਹੜੀ ਪ੍ਰੈਜੈਂਟੇਸ਼ਨ ਹੈ ਨਾ, ਮੋਸਟ ਮੈਂ ਦੱਸਣਾ ਕਿ ਜਿਹੜੇ ਲੋਕ ਨੇ ਆਉਂਦੇ ਨੇ ਉਹਨਾਂ ਨੂੰ ਹੁੰਦਾ ਵੀ ਮੇਰੇ ਪਹਿਲਾਂ ਥੋੜ੍ਹੀ ਪੇਨ ਹੋਈ ਹੈ, ਮੋਸਟਲੀ ਪਿਛਲੇ ਹਿੱਸੇ 'ਚ ਹੁੰਦੀ ਹੈ ਪੇਨ। ਅਤੇ ਫਿਰ ਤੁਸੀਂ ਜਾਂ ਜਿਸ ਤਰ੍ਹਾਂ ਜਿੱਥੇ ਸਟੋਨ ਟਰੈਵਲ ਕਰਦਾ ਉਸ ਹਿਸਾਬ ਨਾਲ ਰੇਡੀਏਸ਼ਨ ਹੁੰਦੀ ਹੈ, ਤੁਹਾਡੇ ਲੋਅਰ ਪਾਰਟ 'ਚ ਜਾ ਸਕਦੀ ਹੈ, ਤੁਹਾਡੇ ਗ੍ਰੋਇਨ ਦੀ ਏਰੀਆ ਵਿੱਚ ਜਾ ਸਕਦੀ ਹੈ ਪੇਨ। ਪਰ ਇਹ ਗ੍ਰਿਪਿੰਗ ਪੇਨ ਹੁੰਦੀ ਹੈ ਕਿਉਂਕਿ ਜਦੋਂ ਉਹਨੇ ਚੀਜ਼ ਨੇ ਪਾਸ ਕਰਨ ਦੀ ਟਰਾਈ ਕਰਨਾ ਅਤੇ ਉਹ ਜਿਹੜਾ ਸਪਾਜ਼ਮ ਹੋ ਜਾਂਦਾ ਬੜਾ, ਅਤੇ ਉਹ ਸਪਾਜ਼ਮ ਹੋਣ ਦੇ ਨਾਲ ਫਿਰ ਤੁਹਾਨੂੰ ਤਕਲੀਫ ਹੁੰਦੀ ਹੈ। ਅਤੇ ਇਹਦਾ ਡਾਇਗਨੋਸਿਸ ਸਭ ਤੋਂ ਇੰਪੋਰਟੈਂਟ ਵੀ ਜਿਹੜੀ ਤੁਹਾਡੀ ਹਿਸਟਰੀ ਹੈ
हिस्टरी देनी प्रॉपरली देनी तो सुननी, मरीज वास्ते हिस्टरी नूं देना तो डॉक्टर वास्ते सुनना बड़ा क्रूशल है। बाकी हुंदा भी उहदे विचों तुसीं पेन किस तरह शुरू हुई है, बुखार तो नहीं नाल हैगा, कोई होर सिम्पटम तो नहीं है, पेशाब का रंग की होया, शुरुआती सिम्पटम्स डॉक्टर साहब की हो सकते हैं? समटाइम्स ਅਸੀਂ ਕਹਿੰਦੇ ਕਿ ਉਦਾਂ ਹੀ ਪੇਨ ਆ ਹੋ ਕੇ ਤੇ ਹਟ ਗਈ, ਕਈ ਵਾਰੀ ਇਹ ਵੀ ਹੁੰਦਾ। ਤਾਂ ਜੇ ਕਿਵੇਂ ਪਤਾ ਲੱਗੂਗਾ ਕਿ ਇਹ ਪੇਨ ਜਿਹੜੀ ਆ ਉਹ ਸਟੋਨਸ ਦੇ ਕਰਕੇ ਹੀ ਹੈ? ਉਹਦੇ ਨਾਲ ਨੈਚੁਰਲੀ ਵੀ ਜਿਹੜਾ ਤੁਹਾਡਾ ਗੁਰਦਿਆਂ ਦੇ ਵਿੱਚ ਕਿਤੇ ਨਾ ਕਿਤੇ ਜਿੱਥੇ ਸਟੋਨ ਫਸਿਆ ਉਸ ਹਿਸਾਬ ਨਾਲ ਉਹਦੀ ਪ੍ਰੈਜੈਂਟੇਸ਼ਨ ਹੋਣੀ ਹੈ। ਤੇ ਵੈਰੀ ਰੇਅਰਲੀ ਜਿਹੜਾ ਨਾ ਜਦੋਂ ਤੁਸੀਂ ਜਾਂਦੇ ਹੋ ਨਾ, ਫਾਰ ਐਗਜ਼ਾਮਪਲ ਵੀ ਤੁਹਾਨੂੰ ਕਿਸੇ ਹੋਰ ਚੀਜ਼ ਲਈ ਟੈਸਟ ਕੀਤਾ, ਇਹ ਵੀ ਬੜੀ ਵਾਰੀ ਦੇਖਿਆ ਗਿਆ ਕਿ ਤੁਹਾਡੇ ਸਟਾਮੇ ਵਿੱਚ ਕੋਈ ਪ੍ਰੋਬਲਮ ਹੈ, ਤੁਸੀਂ ਅਲਟਰਾਸਾਊਂਡ ਕਰਾਉਣ ਲਈ ਗਏ ਹੋ ਜਾਂ ਤੁਸੀਂ ਸੀਟੀ ਐਬਡੋਮਨ ਕਰਾਇਆ ਕਿਸੇ ਹੋਰ ਕੰਮ ਵਾਸਤੇ, ਉਹ ਕਹਿਣਗੇ ਤੁਹਾਡੀ ਪੱਥਰੀ ਵੀ ਹੈਗੀ ਹੈ, ਤੁਹਾਨੂੰ ਕਹਿਣਾ ਮੈਨੂੰ ਤਾਂ ਕਦੀ ਪ੍ਰੋਬਲਮ ਨਹੀਂ ਹੋਈ। ਸੋ ਇਹਦਾ ਮਤਲਬ ਹੈ ਕਿ ਕਈਆਂ ਲੋਕਾਂ ਨੂੰ ਬਿਨਾਂ ਪੇਨ ਤੋਂ ਵੀ ਪੱਥਰੀ ਹੋ ਸਕਦੀ ਹੈ। ਕਈ ਵਾਰ ਕਹਿੰਦੇ ਕਿ 4 mm ਦੀ ਹੋ ਗਈ, ਉਹ ਕੋਈ ਕਾਫੀ ਸਾਈਜ਼ ਜਿਹੜੇ ਡਿਫਰੈਂਟ ਹੁੰਦੇ ਆ, ਤੇ ਕਈਆਂ ਦੀ ਬਹੁਤ ਜ਼ਿਆਦਾ ਸਾਈਜ਼ ਹੁੰਦਾ, ਫਿਰ ਵੀ ਨਹੀਂ ਪਤਾ ਲੱਗਦਾ ਕਿ ਉਹਨਾਂ ਨੂੰ ਪੱਥਰੀ ਹੈ। ਕਈਆਂ ਦਾ ਹੁੰਦਾ ਇਸ ਤਰ੍ਹਾਂ ਸਮਝ ਲਓ ਕਿ ਵੱਡੇ ਤੋਂ ਵੱਡਾ ਸਟੋਨ ਜਿਹੜਾ ਨਾ 1 ਸੈਂਟੀਮੀਟਰ ਤੱਕ ਵੀ ਹੋ ਸਕਦਾ, ਉਹ ਬਹੁਤ ਵੱਡਾ। ਪਰ ਕਈ ਵਾਰ ਹੁੰਦਾ ਛੋਟੇ ਛੋਟੇ ਸਟੋਨ ਹੋਣ ਉਹ ਸਾਰੇ ਪਾਸ ਹੋ ਜਾਂਦੇ ਨੇ, ਕਿਉਂਕਿ ਜਿਹੜੀ ਪਿਸ਼ਾਬ ਦੀ ਨਾਲੀ ਦਾ ਜਿਹੜਾ ਰਸਤਾ ਉਹ ਐਨਫ ਉਹਦੇ ਵਿੱਚ ਓਪਨਿੰਗ ਹੈਗੀ ਹੈ, ਜਿਹੜੀ ਉਹ ਟਰੈਵਲ ਜਿਹੜਾ ਨਾ ਤੁਹਾਡਾ ਜਿਸ ਤਰ੍ਹਾਂ ਪਾਣੀ ਦੀ ਨਾਲੀ ਹੈ, ਤੁਸੀਂ ਉਹ ਪਾਣੀ ਦੀ ਨਾਲੀ ਵਿੱਚ ਕੋਈ ਰੋੜਾ ਥੋੜ੍ਹਾ ਜਿਹਾ ਪਾਤਾ, ਉਹਨੇ ਜੇ ਤਾਂ ਉਹਨੂੰ ਕੋਈ ਅਬਸਟਰਕਸ਼ਨ ਨਹੀਂ, ਉਹਨੇ ਟਰੈਵਲ ਕਰ ਜਾਣਾ, ਕਿਉਂਕਿ ਬਲੈਡਰ ਵਿੱਚ ਜਾ ਕੇ ਕੰਮ ਸੌਖਾ ਹੋ ਜਾਂਦਾ। ਜਦੋਂ ਬਲੈਡਰ ਵਿੱਚ ਪਹੁੰਚ ਜਾਂਦਾ ਫਿਰ ਉਸ ਤੋਂ ਬਾਅਦ ਜਿਹੜਾ ਨਾ ਪਿਸ਼ਾਬ ਦੇ ਰਸਤੇ ਜਾਣਾ ਬੜਾ ਸੌਖਾ ਹੈ। ਪਰ ਜਿਹੜਾ ਉਹ ਟਰੈਵਲ ਕਰਨ ਦਾ ਨਾ ਰਸਤਾ ਕੋਈ 5-7 ਸੈਂਟੀਮੀਟਰ ਉਹ ਟਰੈਵਲ ਕਰਦਾ, ਉਹਦੇ ਵਿੱਚ ਆਮ ਤੌਰ 'ਤੇ ਲੋਕ ਕਹਿਣਗੇ ਵੀ ਮੈਨੂੰ ਪਹਿਲਾਂ ਦਰਦ ਉੱਪਰ ਸੀ, ਫਿਰ ਨੀਚੇ ਹੋ ਗਈ ਹੈ, ਥੱਲੇ ਵਾਲੇ ਪਾਸੇ ਹੋ ਗਈ ਹੈ, ਅਤੇ ਮੈਨੂੰ ਨਾਲ ਇਹ ਬੁਖਾਰ ਵੀ ਹੋ ਗਿਆ। ਸੋ ਇਹਦਾ ਬੈਸਟ ਤਰੀਕਾ ਕਿ ਜਦੋਂ ਤੁਹਾਨੂੰ ਇਹੋ ਜਿਹੇ ਸਿੰਪਟਮ ਆਉਂਦੇ ਨੇ, ਤੁਹਾਡੀ ਫੈਮਿਲੀ ਹਿਸਟਰੀ ਕਦੇ ਕਿਡਨੀ ਸਟੋਨ ਦੀ ਹੈਗੀ ਹੈ, ਤੁਹਾਨੂੰ ਪਤਾ ਵੀ ਤੁਸੀਂ ਕੋਈ ਮੈਡੀਸਨ ਵੀ ਜਿਹੜੇ ਬਾਰੇ ਮੈਂ ਗੱਲ ਕੀਤੀ ਹੈ, ਜਾਂ ਤੁਹਾਨੂੰ ਕੋਈ ਮੇਜਰ ਹੈਲਥ ਦੇ ਬਾਕੀ ਨਾਲ ਇਸ਼ੂ ਨੇ, ਅਤੇ ਆਪਣੇ ਡਾਕਟਰ ਨਾਲ ਇਹਨੂੰ ਕੰਸਲਟ ਕਰੋ। ਸਾਡੇ ਡਾਕਟਰ ਸਾਹਿਬ ਛੋਟੇ ਹੁੰਦੇ ਬੱਚਿਆਂ ਨੂੰ ਇਹ ਜ਼ਰੂਰ ਕਹਿੰਦੇ ਸੀਗੇ, ਕਿਉਂਕਿ ਅਸੀਂ ਜਦੋਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਬੱਚੇ ਮਿੱਟੀ 'ਚ ਬਹੁਤ ਖੇਡਦੇ ਆ, ਕਿ ਮਿੱਟੀ ਨਹੀਂ ਖਾਣੀ। ਉੱਥੇ ਤਾਂ ਕਲਾਸਾਂ ਦੇ ਵਿੱਚ ਚੌਕ ਹੁੰਦੇ ਸੀ ਜਾਂ ਕਈ ਸਲੇਟੀ ਵਰਤਾ, ਇਹ ਵੀ ਕਹਿ ਦਿੰਦੇ ਆ, ਕੋਈ ਕਹਿੰਦੇ ਖਾਣੀ ਨਹੀਂ ਚਾਹੀਦੀ, ਇਹਦੇ ਨਾਲ ਤੁਹਾਨੂੰ ਜਿਹੜੀ ਆ ਉਹ ਪੱਥਰੀ ਹੋ ਸਕਦੀ ਹੈ, ਨਹੀਂ ਪੱਥਰੀ ਹੋ ਜੂਗੀ, ਮਿੱਟੀ ਨਹੀਂ ਖਾਣੀ ਚਾਹੀਦੀ। ਸੋ ਇਹ ਚੀਜ਼ਾਂ ਵੀ ਕਿਤੇ ਨਾ ਕਿਤੇ ਮੈਟਰ ਕਰਦੀਆਂ। ਦੇਖੋ ਡਾਈਟ ਤੇ ਮੈਟਰ ਕਰਦੀ ਹੈ, ਪਰ ਮੈਨੂੰ ਇਹ ਨਹੀਂ ਮੈਂ ਕਹਿ ਸਕਦਾ ਕਿ ਮਿੱਟੀ ਦੇ ਨਾਲ ਚੌਕ ਦੇ ਨਾਲ ਕੋਈ ਕਨੈਕਸ਼ਨ ਹੈਗਾ। ਪਰ ਇਹ ਡੈਫੀਨੇਟਲੀ ਹੈਗਾ, ਜਿਹੜੇ ਲੋਕ ਜ਼ਿਆਦਾ ਕੈਲਸ਼ੀਅਮ ਖਾਂਦੇ ਨੇ ਉਹਨਾਂ ਨੂੰ ਪ੍ਰੋਬਲਮ ਹੋਣ ਦੇ ਚਾਂਸਸ ਨੇ, ਜਾਂ ਜਿਨ੍ਹਾਂ ਲੋਕਾਂ ਨੂੰ ਗਾਊਟ ਹੁੰਦਾ, ਜਿਨ੍ਹਾਂ ਨੇ ਯੂਰਿਕ ਐਸਿਡ ਬਾਡੀ ਵਿੱਚ ਵਧਿਆ, ਉਹਨਾਂ ਨੂੰ ਵੀ ਹੋ ਸਕਦੀ ਹੈ। ਸੋ ਕਈ ਸ਼ਰਾਬ ਪੀਣ ਵਾਲੇ ਜਿਹੜੇ ਫਾਲਤੂ ਜ਼ਿਆਦਾ ਹੀ ਸ਼ਰਾਬ ਪੀ ਜਾਂਦੇ ਨੇ, ਉਹਨਾਂ ਨੂੰ ਵੀ ਪ੍ਰੋਬਲਮ ਆ ਸਕਦੀ ਹੈ। ਅਤੇ ਇਹਦੇ ਵਿੱਚ ਇੱਕ ਗੱਲ ਬੜੀ ਨਾ ਵੈਸੇ ਤਾਂ ਅਜੀਬ ਗੱਲ ਹੈ, ਪਰ ਕਹਿਣੀ ਚਾਹੀਦੀ ਹੈ ਕਿ ਕਈ ਵਾਰੀ ਲੋਕ ਕਹਿਣਗੇ ਵੀ ਮੈਨੂੰ ਤਾਂ ਸਟੋਨ ਹੋ ਗਏ, ਮੇਰੇ ਡਾਕਟਰ ਨੇ ਕਿਹਾ ਸੀ 2-4 ਬੀਅਰ ਪੀਓ ਠੀਕ ਹੋ ਜਾਓਗੇ, ਕਿਉਂਕਿ ਨੈਚੁਰਲੀ ਜਿਹੜਾ ਤੁਹਾਡਾ ਉਹ ਜਿਹੜੀ ਪਿਸ਼ਾਬ ਦੀ ਨਾਲੀ ਦੇ ਵਿੱਚ ਜਿਹੜਾ ਸਟੋਨ ਫਸਿਆ, ਜਿਹੜਾ ਰੋੜਾ ਛੋਟਾ ਜਿਹਾ ਫਸਿਆ, ਉਹਨੂੰ ਕੱਢਣ ਵਾਸਤੇ ਪੁਸ਼ ਤੇ ਕਰਨਾ ਪੈਣਾ। ਅਤੇ ਉਹਦਾ ਤਰੀਕਾ ਕੀ ਪੁਸ਼ ਕਰਨ ਦਾ, ਯੂ ਹੈਵ ਟੂ ਡਰਿੰਕ ਲਾਟ ਆਫ ਫਲੂਇਡਸ, ਅਤੇ ਆਪਣੇ ਨੂੰ ਬਹਾਨਾ ਚਾਹੀਦਾ ਵੀ ਚਲੋ ਵੀ ਬਾਕੀ ਕੰਮ ਕਰ ਲਓ। ਪਰ ਪਾਣੀ ਵੀ ਉਹੀ ਕੰਮ ਕਰ ਸਕਦਾ। ਦੈਟਸ ਰਾਈਟ, ਪਾਣੀ ਉਹ ਕੰਮ ਕਰਦਾ, ਪਰ ਜੇ ਤੁਸੀਂ ਹਾਰਡ ਲਿਕਰ ਪੀਓਗੇ ਤਾਂ ਉਹ ਕੰਮ ਬੜਾ ਖਰਾਬ ਹੋਣਾ। ਤੁਹਾਨੂੰ ਪੇਨ ਕੰਟਰੋਲ ਹੋ ਸਕਦੀ ਹੈ, ਨਮਨੈਸ, ਪਰ ਉਹਦੇ ਨਾਲ ਤੁਹਾਨੂੰ ਫਾਇਦਾ ਨਹੀਂ ਹੋਣਾ। ਬਾਕੀ ਹੈਗਾ ਵੀ ਇਹਦੇ ਜਿਹੜੇ ਨਾ, ਜੇ ਤੁਹਾਨੂੰ ਇਹ ਸਿੰਪਟਮ ਹੈਗੇ ਨੇ, ਆਪਣੇ ਡਾਕਟਰ ਕੋਲ ਜਾਓਗੇ, ਉਹਨਾਂ ਪਹਿਲਾਂ ਤੁਹਾਨੂੰ ਪਿਸ਼ਾਬ ਟੈਸਟ ਕਰਾਉਣਾ, ਫਿਰ ਤੁਹਾਡੇ ਕਿਡਨੀ ਟੈਸਟ ਕਰਾਉਣਗੇ, ਅਲਟਰਾਸਾਊਂਡ ਕਰਾਉਣਗੇ, ਸੀਟੀ ਸਕੈਨ ਕਰਾਉਣਗੇ। ਉਸ ਤੋਂ ਬਾਅਦ ਜਿਹੜੇ ਨਾ ਇਹਦੇ ਵੱਖਰੇ ਵੱਖਰੇ ਤਰੀਕੇ ਨੇ ਵੀ ਜਿਹੜੀ ਸਟੋਨ ਦੀ ਲੋਕੇਸ਼ਨ ਦੇਖ ਕੇ ਅਤੇ ਸਾਈਜ਼ ਦੇਖ ਕੇ ਸਾਰੀ ਟਰੀਟਮੈਂਟ ਹੋਣੀ ਹੈ। ਪਹਿਲਾਂ ਹੁੰਦਾ ਸੀ ਵੀ ਜਦੋਂ ਅਸੀਂ ਪੜ੍ਹਦੇ ਸੀ ਉਸ ਸਮੇਂ ਦੇ ਵਿੱਚ ਸ਼ੁਰੂ ਦੇ ਵਿੱਚ ਤੇ ਆਪਰੇਸ਼ਨ ਕਰਦੇ ਸੀ, ਹੋਰ ਕੋਈ ਤਰੀਕਾ ਨਹੀਂ ਸੀ। ਫਿਰ ਉਸ ਤੋਂ ਬਾਅਦ ਜਿਹੜੀ ਇਹਨਾਂ ਸ਼ੌਕ ਵੇਵਸ ਨਾਲ ਹੁਣ ਕਰ ਲੈਂਦੇ ਨੇ, ਜਿਸ ਤਰ੍ਹਾਂ ਬਾਹਰੋਂ ਤੋੜ ਦਿੰਦੇ ਨੇ, ਤੁਹਾਨੂੰ ਅੰਦਰ ਜਾਣ ਦੀ ਜ਼ਰੂਰਤ ਨਹੀਂ ਪੈਂਦੀ। ਕਈ ਵਾਰੀ ਹੁੰਦਾ ਸੀ ਵੀ ਉਹਨਾਂ ਨੇ ਟਿਊਬ ਪਾ ਕੇ ਵਿੱਚੋਂ ਜਿਹੜਾ ਤੁਹਾਡੀ ਪਿਸ਼ਾਬ ਦੀ ਨਾਲੀ ਉਹਦੇ ਰਸਤੇ ਕੱਢ ਲੈਂਦੇ। ਕਈ ਵਾਰੀ ਜਿਹੜਾ ਸਟੋਨ ਹੈ ਬਿਲਕੁਲ ਹੀ ਫਸ ਜਾਵੇ ਬਲੈਡਰ 'ਚ, ਉਹਨੂੰ ਫਿਰ ਉਹਨਾਂ ਨੂੰ ਕੱਢਣਾ ਪੈਂਦਾ। ਪਰ ਹੁਣ ਤਾਂ ਟੈਕਨੋਲੋਜੀ ਇੰਨੀ ਬਦਲ ਗਈ, ਇੰਨੀ ਚੰਗੀ ਹੋ ਗਈ ਵੀ ਤੁਹਾਨੂੰ ਇਹਨਾਂ ਗੱਲਾਂ 'ਚ ਪੈਣ ਦੀ ਜ਼ਰੂਰਤ ਨਹੀਂ। ਜਦੋਂ ਤੁਹਾਡਾ ਸਟੋਨ ਹੋ ਗਿਆ, ਤੁਸੀਂ ਆਪਣੇ ਫੈਮਿਲੀ ਡਾਕਟਰ ਕੋਲ ਜਾਣਾ, ਉਹਨਾਂ ਤੁਹਾਨੂੰ ਯੂਰੋਲੋਜਿਸਟ ਕੋਲ ਭੇਜਣਾ। ਯੂਰੋਲੋਜਿਸਟ ਨੇ ਤੁਹਾਨੂੰ 2-3 ਆਪਸ਼ਨ ਦੇਣੀਆਂ। ਸਭ ਤੋਂ ਜਿਹੜੀ ਕਾਮਨ ਆਪਸ਼ਨ ਹੈ ਵੀ ਲਿਥੋਟ੍ਰਾਪਸੀ, ਜਿਹਨੂੰ ਕਿ ਆਪਾਂ ਮਸ਼ੀਨ ਦੇ ਨਾਲ ਤੋੜਦੇ ਨੇ ਸ਼ੌਕ ਵੇਵ ਦੇ ਨਾਲ। ਉਹ ਤਾਂ ਫਟਾਫਟ ਘੰਟੇ ਦਾ ਸਾਰਾ ਕੰਮ ਹੁੰਦਾ, ਕੋਈ ਬੜਾ ਵੱਡਾ ਨਹੀਂ ਹੈਗਾ, ਬੜਾ ਵੱਡਾ ਪਹਾੜ ਨਹੀਂ ਡਿੱਗਦਾ ਉਹਦੇ ਨਾਲ। ਆਮ ਤੌਰ 'ਤੇ ਜਿੱਥੋਂ ਅਸੀਂ ਆਏ ਹਾਂ ਉੱਥੇ ਤਾਂ ਆਮ ਕਰ ਦਿੰਦੇ ਨੇ, ਇੰਨੀਆਂ ਕਲੀਨਿਕ ਨੇ, ਉਹਨਾਂ ਕਹਿਣਾ ਛੋਟਾ ਮੋਟਾ ਸਟੋਨ ਇਹ ਲਿਆਓ ਜੀ, ਹੁਣੇ ਕਰ ਦਿੰਦੇ। ਕਈ ਵਾਰੀ ਇਹ ਦੇਖਿਆ ਗਿਆ ਵੀ ਪਰ
ਪ੍ਰੋਬਲਮ ਹੈ ਵੀ ਜਦੋਂ ਛੋਟਾ ਮੋਟਾ ਕਰਦੇ ਉਹਨਾਂ ਨੂੰ ਜੇ ਪ੍ਰੋਪਰ ਟ੍ਰੇਨਿੰਗ ਨਹੀਂ ਹੋ ਨਾਲ ਸਟੋਨ ਤੋੜਦੇ ਆ ਹੋਰ ਵੀ ਨੁਕਸਾਨ ਕਰ ਸਕਦੇ ਆ। ਡਾਕਟਰ ਸਾਹਿਬ ਜਿਵੇਂ ਨੈਚੁਰਲੀ ਗੱਲ ਕਰਦੇ ਆ ਕਿ ਨੈਚੁਰਲੀ ਵੀ ਇਹ ਪਾਸ ਹੋ ਜਾਂਦੀ ਹੈ, ਪਰ ਕਿੰਨਾ ਕੁ ਟਾਈਮ ਲੱਗਦਾ ਉਹਦੇ ਲਈ? 24 ਆਵਰਸ ਜਾਂ ਵੱਧ ਲੱਗ ਸਕਦੇ ਆ? ਸੋ ਕੁਝ ਕਹਿ ਨਹੀਂ ਸਕਦੇ ਜਾਂ ਕੁਝ ਹੁੰਦਾ ਕਿ ਇੰਨੇ ਟਾਈਮ ਦੇ ਵਿੱਚ ਪੱਥਰੀ ਜਿਹੜੀ ਆ ਉਹ ਤੁਹਾਡੀ ਨਿਕਲ ਜਾਂਦੀ ਹੈ? ਦੇਖੋ ਇਹ ਸਟੋਨ ਦੇ ਸਾਈਜ਼ ਤੇ ਡਿਪੈਂਡ ਕਰਦਾ, ਤੇ ਲੋਕੇਸ਼ਨ ਤੇ ਕਰਦਾ। ਲੋਕੇਸ਼ਨ ਤੇ ਸਾਈਜ਼ ਬੜਾ ਕ੍ਰੂਸ਼ੀਅਲ ਹੈ। ਜੇ ਤੁਹਾਡਾ ਉੱਪਰ ਵਾਲੇ ਹਿੱਸੇ 'ਚ ਦੇਖੋ ਜੇ ਕੋਈ ਅੱਧਾ ਕੁ ਸੈਂਟੀਮੀਟਰ ਸਟੋਨ ਹੈ ਤੇ ਉਹਨੇ ਹਿਲ ਕੇ ਥੱਲੇ ਜਾਣਾ ਤੇ ਉਹਦਾ ਜਿਸ ਰਸਤੇ ਵਿੱਚ ਜਾਣਾ ਉਹਦੀ ਤਾਂ ਓਪਨਿੰਗ ਨਹੀਂ ਇੰਨੀ, ਤਾਂ ਜਦੋਂ ਜਿਸ ਤਰੀਕੇ ਨਾਲ ਉਹਨੇ ਟਰੈਵਲ ਕਰਨਾ ਨੁਕਸਾਨ ਕਰਨਾ ਉਹਨੇ। ਸੋ ਬੈਸਟ ਤਰੀਕਾ ਹੁੰਦਾ ਵੀ ਤੁਸੀਂ ਉਹਨੂੰ ਆਪਣਾ ਉਹਨੂੰ ਜਾ ਕੇ ਯੂਰੋਲੋਜਿਸਟ ਨਾਲ ਗੱਲ ਕਰ ਲਓ, ਆਪਣੀ ਟ੍ਰੀਟਮੈਂਟ ਕਰਾ ਲਓ, ਪਰ ਨਾਲ ਬਾਅਦ 'ਚ ਵੀ ਫਾਲੋ ਅਪ ਕਰਨਾ ਪੈਂਦਾ। ਇਹ ਨਹੀਂ ਵੀ ਇੱਕ ਵਾਰੀ ਸਟੋਨ ਹੋ ਗਏ ਨੇ ਤੇ ਦੁਬਾਰਾ ਨਹੀਂ ਹੋਣੇ, ਦੁਬਾਰਾ ਵੀ ਹੋ ਸਕਦੇ ਨੇ। ਆਮ ਤੌਰ ਤੇ ਲੋਕੀ ਕਹਿਣਗੇ ਵੀ ਇਹਦੀ ਜੀ ਇਹਦਾ ਤੁਸੀਂ ਚੈੱਕ ਕਰਾਓ ਜੀ ਇਹ ਕਿਹੜੀ ਚੀਜ਼ ਨਾਲ ਬਣਿਆ, ਪਰ ਉਹਨਾਂ ਨੂੰ ਬਹੁਤ ਵਾਰੀ ਕਹੀਦਾ ਵੀ ਇਹਦੇ ਨਾਲ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ। ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਇਹ ਐਕੈਡੈਮਿਕ ਗੱਲਾਂ ਨੇ, ਆਮ ਬੰਦੇ ਨੂੰ ਕੋਈ ਫਾਇਦਾ ਨਹੀਂ ਹੋਣਾ। ਹੁਣ ਤੁਹਾਨੂੰ ਕੀ ਕਹਾਂਗੇ ਵੀ ਤੁਸੀਂ ਕਿਹੜੀ ਚੀਜ਼ ਨਹੀਂ ਖਾਣੀ। ਸੋ ਬੈਸਟ ਤਰੀਕਾ ਕਿ ਤੁਸੀਂ ਉਹਨੂੰ ਆਪਣੀ ਡਾਈਟ ਨੂੰ ਥੋੜ੍ਹਾ ਬਹੁਤਾ ਮੋਡੀਫਾਈ ਕਰ ਲਓ, ਪਲੱਸ ਜਿਹੜੀਆਂ ਤੁਹਾਨੂੰ ਕੋਈ ਜਿਹੜੀਆਂ ਹੋਰ ਇਸ਼ੂ ਨੇ, ਜਾਂ ਤੁਸੀਂ ਮੈਡੀਸਨ ਲੈ ਰਹੇ ਹੋ ਜਾਂ ਤੁਹਾਨੂੰ ਲਿਵਰ ਦਾ ਕੋਈ ਇਸ਼ੂ ਹੈ, ਸ਼ੂਗਰ ਜ਼ਿਆਦਾ, ਤੁਹਾਡਾ ਭਾਰ ਵਧਿਆ, ਇਸ ਤੋਂ ਇਲਾਵਾ ਤੁਹਾਡੀ ਇੰਟੈਸਟਾਈਨ ਦੇ ਵਿੱਚ ਕੋਈ ਇਸ਼ੂ ਆ ਗਿਆ, ਤੁਸੀਂ ਡਾਈਟ ਜਿਹੜੀ ਆ ਤੁਹਾਡੀ ਬਿਲਕੁਲ ਅਬਨੋਰਮਲ ਹੋ ਗਈ ਹੈ, ਜ਼ਿਆਦਾ ਖਾਈ ਜਾ ਰਹੇ ਹੋ, ਜਿਹੜਾ ਤੁਹਾਡਾ ਸਾਲਟ ਤੇ ਜਿਹੜਾ ਕੈਲਸ਼ੀਅਮ ਹੈ, ਕਿਉਂਕਿ ਇਹਨਾਂ ਦਾ ਜਿਹੜਾ ਬੈਲੈਂਸ ਹੈ ਜਦੋਂ ਇੰਬੈਲੈਂਸ ਹੁੰਦਾ ਹੈ ਕਿਡਨੀ ਦੇ ਵਿੱਚ ਕਿਸੇ ਵੀ ਕਾਰਨ ਕਰਕੇ ਫਿਰ ਹੀ ਸਟੋਨ ਬਣਦੇ। ਹਵਾ 'ਚ ਤੇ ਆਉਣੇ ਨਹੀਂ, ਬਾਹਰੋਂ ਉੱਡ ਕੇ ਤੇ ਸਟੋਨ ਤੁਹਾਡੀ ਬਾਡੀ 'ਚ ਨਹੀਂ ਜਾਣਾ। ਇਹ ਤੁਸੀਂ ਬਣਾ ਰਹੇ ਹੋ ਤੇ ਤੁਹਾਡਾ ਸਿਸਟਮ ਬਣਾ ਰਿਹਾ, ਜਿਹੜਾ ਕਿ ਸਿਸਟਮ ਬਲੱਡ ਦਾ ਰਸਤੇ ਸਾਡੀ ਬਾਡੀ ਦੇ ਵਿੱਚ ਜਿਹੜਾ ਸਾਰੀ ਕਲੀਨਿੰਗ ਕਰਨ ਵਾਲੀ ਮਸ਼ੀਨ ਹੈ ਉਹ ਹੈਗੀ ਹੈ ਕਿਡਨੀ। ਕਿਡਨੀ ਜਦੋਂ ਉਸ ਮਸ਼ੀਨ ਦੇ ਵਿੱਚ ਗੜਬੜ ਹੁੰਦੀ ਹੈ ਤੇ ਫਿਰ ਕਿਤੇ ਨਾ ਕਿਤੇ ਥੋੜ੍ਹਾ ਬਹੁਤਾ ਪ੍ਰੋਬਲਮ ਆਉਂਦੀ ਹੈ। ਸੋ ਇਸ ਚੀਜ਼ ਨੂੰ ਧਿਆਨ ਰੱਖੋ, ਪਰ ਅਗੇਨ ਅਲਟਰਾਸਾਊਂਡ ਕਰਾਓ, ਆਪਣੀ ਇਨਵੈਸਟੀਗੇਸ਼ਨ ਕਰਾ ਕੇ। ਪਰ ਜੇ ਤੁਸੀਂ ਓਵਰਸੀਜ਼ ਟਰੈਵਲ ਕਰਦੇ ਪਿਓ ਤੇ ਜੇ ਕਿਸੇ ਕੋਲ ਜਾਣਾ ਤੇ ਇਹ ਨਾ ਹੋਏ ਵੀ ਤੁਹਾਨੂੰ ਕਿਸੇ ਹੋਰ ਦਾ ਸਟੋਨ ਕੱਢ ਕੇ ਫੜਾ ਦੇਣ ਵੀ ਤੁਹਾਡਾ ਸਟੋਨ ਕੱਢਤਾ। ਇਹ ਵੀ ਬੜਾ ਉੱਥੇ ਸਿਆਪਾ। ਉਹਨਾਂ ਨੇ ਕਹਿਣਾ ਵੀ ਆਹ ਤੁਹਾਡਾ ਕੱਢਤਾ ਜੀ, ਤੁਹਾਨੂੰ ਕਿਸ ਤਰ੍ਹਾਂ ਪਤਾ ਤੁਹਾਡਾ ਹੀ ਉਸੇ ਵਕਤ ਕਿਸ ਤਰ੍ਹਾਂ ਕੱਢਤਾ। ਤੁਸੀਂ ਜਦੋਂ ਸਟੋਨ ਕਿਸੇ ਦਾ ਬ੍ਰੇਕ ਕਰਨਾ, ਜਿੰਨੀ ਦੇਰ ਤੱਕ ਉਹਨਾਂ ਨੂੰ ਤੁਸੀਂ ਪਿਸ਼ਾਬ ਦੇ ਰਸਤੇ ਉਹਨਾਂ ਦਾ ਬਾਹਰ ਨਹੀਂ ਆਏਗਾ, ਉਹਨਾਂ ਨੂੰ ਕਿਸੇ ਕੰਟੇਨਰ ਦੇ ਵਿੱਚ ਪਾ ਕੇ ਤੁਸੀਂ ਵੇਖ ਨਹੀਂ ਸਕਦੇ, ਆਪ ਨਹੀਂ ਤੁਸੀਂ ਡਿਲੀਵਰ ਕਰਦੇ ਪਏ, ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਮੰਨ ਲਓਗੇ ਵੀ ਅੱਜ ਉਹਨਾਂ ਨੇ ਕਹਿਣਾ ਆਹ ਤੁਹਾਡਾ ਸਟੋਨ ਹੈ ਜੀ। ਤੇ ਇੰਨੀ ਨਾ ਇੱਕ ਕਿਸਮ ਦੀ ਨਾ ਹੇਰਾਫੇਰੀ ਬੜੀ ਕਰਦੇ ਨੇ। ਸੈਕਿੰਡ ਹੁੰਦਾ ਵੀ ਜੇ ਜਾਓਗੇ ਤਾਂ ਉਹਨਾਂ ਕਹਿਣਾ ਸਟੋਨ ਤੇ ਨਹੀਂ ਆਇਆ, ਹੁਣ ਤੁਹਾਡਾ ਆਪਰੇਸ਼ਨ ਕਰ ਦੇਣੇ ਆ। ਇਹੋ ਜਿਹੇ ਕੰਮ 'ਚ ਨਾ ਪਾਓ, ਕਿਉਂਕਿ ਉੱਥੇ ਗੁਰਦੇ ਵੀ ਕੱਢਣ ਦਾ ਬੜਾ ਅੱਜ ਕੱਲ੍ਹ ਕੰਮ ਹੈ ਤੇ ਤੁਹਾਨੂੰ ਨਹੀਂ ਪਤਾ ਵੀ ਕਿਹਦਾ ਨਾਈਫ ਤੁਹਾਡੇ ਤੇ ਚੱਲਣਾ ਤੇ ਕੀ ਉਹਨੇ ਕੰਮ ਕਰਨਾ। ਸੋ ਪਲੀਜ਼ ਬੀ ਕੇਅਰਫੁਲ, ਕਿਉਂਕਿ ਇਹ ਪੇਨ ਇੰਨੀ ਹੁੰਦੀ ਹੈ, ਬੰਦਾ ਇੰਨਾ ਮੁਸ਼ਕਿਲ 'ਚ ਫਸਿਆ ਹੁੰਦਾ, ਉਹਨਾਂ ਦਾ ਹੁੰਦਾ ਵੀ ਸਾਡਾ ਕੰਮ ਕਿਸੇ ਨਾ ਕਿਸੇ ਤਰੀਕੇ ਨਾਲ ਹੋਏ। ਸੋ ਇਹਨੂੰ ਬਾਕੀ ਆ ਕੇ ਫਾਲੋ ਅਪ ਕਰ ਲਓ ਤੇ ਆਪਣੇ ਬੈਸਟ ਤਰੀਕਾ ਵੀ ਜਦੋਂ ਤੁਸੀਂ ਇਹਨਾਂ ਮੁਲਕਾਂ 'ਚ ਰਹਿ ਰਹੇ ਹੋ, ਸਾਡੇ ਵਾਸਤੇ ਇੰਨੀ ਤਾਂ ਕਾਹਲੀ ਕੋ ਹੈ ਨਹੀਂ ਵੀ ਅੱਜ ਹੀ ਤੁਸੀਂ ਇਹ ਕੰਮ ਕਰਨਾ। ਸੋ ਬਾਕੀ ਹੁੰਦਾ ਵੀ ਜਿਹੜੇ ਆਪਣੇ ਡਰਾਈਵਿੰਗ ਕਰਦੇ ਨੇ ਜਾਂ ਜਿਹੜੇ ਉਹਨਾਂ ਨੂੰ ਪ੍ਰੋਬਲਮ ਵੱਧ ਜਾਂਦੀ ਕਿ ਦੂਸਰਾ ਜਿਹੜਾ ਨਾ ਆਪਣੇ ਜਿਹੜੇ ਆਪਣੇ ਪਲੇਨ ਚਲਾਉਂਦੇ ਨੇ ਪਾਇਲਟ ਨੇ, ਉਹਨਾਂ ਵਾਸਤੇ ਜੇ ਤੁਹਾਨੂੰ ਸਟੋਨ ਦੀ ਪ੍ਰੋਬਲਮ ਆ ਗਈ ਤੇ ਉਹ ਵੀ ਇੱਕ ਹੈਗੀ ਹੈ ਕੰਡੀਸ਼ਨ ਵੀ ਤੁਸੀਂ ਲਾਇਸੈਂਸ ਦੀ ਪ੍ਰੋਬਲਮ ਆ ਸਕਦੀ ਹੈ। ਸਪੋਜ਼ ਵੀ ਤੁਸੀਂ 15,000 ਕਿਲੋ ਉੱਪਰ ਜਾ ਰਹੇ ਹੋ, 15,000 ਫੁੱਟ ਤੇ 28,000 ਫੁੱਟ ਤੇ ਬੈਠੇ ਹੋ ਤੇ ਸਟੋਨ ਦੀ ਪ੍ਰੋਬਲਮ ਆ ਗਈ, ਕਿਸ ਤਰ੍ਹਾਂ ਮੈਨੇਜ ਕਰਨਾ। ਸੋ ਸਾਰੀਆਂ ਗੱਲਾਂ ਇਹ ਕਰਨੀਆਂ ਚਾਹੀਦੀਆਂ। ਬਾਕੀ ਹੈਗਾ ਕਿ ਤੁਸੀਂ ਜੇ ਤੁਹਾਨੂੰ ਪਤਾ ਵੀ ਤੁਹਾਡੇ ਕੋਲ ਸਟੋਨ ਦੀ ਪਹਿਲਾਂ ਹਿਸਟਰੀ ਹੈਗੀ ਹੈ, ਆਪਣੇ ਕੋਲ ਉਹ ਮੈਡੀਸਨ ਵੀ ਹੁੰਦੀਆਂ ਨੇ, ਪੇਨ ਕੰਟਰੋਲ ਹੁੰਦਾ ਤੁਹਾਨੂੰ, ਉਹ ਡਾਇਲੇਟਰ ਨੇ ਜਿਹੜੇ ਕਿ ਯੂਰੀਟਰ ਨੂੰ ਥੋੜ੍ਹਾ ਜਿਹਾ ਖੋਲ੍ਹ ਦਿੰਦੇ ਨੇ, ਉਹ ਵੀ ਟਰਾਈ ਕਰੋ। ਪਰ ਜੇ ਤੁਸੀਂ ਕਹੋ ਵੀ ਹੋਰ ਜਿਹੜੀਆਂ ਨੇ ਫਾਲਤੂ ਡਰੱਗਸ ਲੈ ਕੇ ਉਹਦੇ ਨਾਲ ਗੱਲ ਨਹੀਂ ਬਣਨੀ। ਬਟ ਡੈਫੀਨੇਟਲੀ ਤੁਸੀਂ ਨੋਟ ਕੀਤਾ ਹੋਣਾ ਕਿ ਜਿਹੜੀਆਂ ਕੰਪਲੀਮੈਂਟਰੀ ਮੈਡੀਸਨਸ ਨੇ, ਆਯੁਰਵੈਦਿਕ, ਹੋਮਿਓਪੈਥਿਕ ਜਾਂ ਨੈਚੁਰੋਪੈਥ, ਉਹਨਾਂ ਨਾਲ ਵੀ ਲੋਕ ਕੰਸਲਟ ਕਰਦੇ ਨੇ ਤੇ ਕਈ ਵਾਰੀ ਬੜਾ ਹੈਰਾਨਗੀ ਦੀ ਗੱਲ ਹੁੰਦੀ ਉਹ ਬਿਲਕੁਲ ਠੀਕ ਹੋ ਗਏ ਹੁੰਦੇ ਨੇ। ਸੋ ਕੋਈ ਨਾ ਕੋਈ ਤੇ ਕੰਮ ਠੀਕ ਹੋ ਹੀ ਰਿਹਾ ਨਾ, ਸੋ ਉਹ ਵੀ ਚਾਹੀਦਾ ਨੋਟ ਕਰਨਾ। ਬਾਕੀ ਆਪਣੀ ਹਾਈਡਰੇਸ਼ਨ ਠੀਕ ਰੱਖੋ, ਪਾਣੀ ਜਾਂ ਜੋ ਵੀ ਤੁਸੀਂ ਪੀਂਦੇ ਹੋ ਉਸ ਚੀਜ਼ ਨੂੰ ਮੇਨਟੇਨ ਰੱਖੋ, ਸਾਲਟ ਦਾ ਕੰਟਰੋਲ ਰੱਖੋ, ਆਪਣੀ ਵੇਟ ਦਾ ਕੰਟਰੋਲ ਰੱਖੋ, ਮੈਡੀਸਨ ਮੋਨੀਟਰ ਕਰ ਲਓ, ਖਾਸ ਕਰਕੇ ਜਿਨ੍ਹਾਂ ਲੋਕਾਂ ਨੂੰ ਗਾਊਟ ਹੈ ਜਾਂ ਯੂਰਿਕ ਐਸਿਡ ਜਿਨ੍ਹਾਂ ਦਾ ਵੱਧਦਾ ਪਿਆ, ਉਹਨਾਂ ਵਾਸਤੇ ਇਹ ਸਪੈਸੀਫਿਕ ਪ੍ਰੋਬਲਮ ਆ ਸਕਦੀ ਹੈ।
ਖਾਸ ਕਰਕੇ ਜਿਹੜੇ ਮੈਂ ਦੱਸਿਆ ਪਹਿਲਾਂ ਵੀ। ਡਾਕਟਰ ਸਾਹਿਬ ਇਹਦਾ ਕੋਈ ਉਮਰ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਕਿ ਇਹ ਇੰਨੀ ਉਮਰ ਦੇ ਬੱਚੇ ਨੂੰ ਨਹੀਂ ਹੋ ਸਕਦਾ, ਵੱਡੇ ਨੂੰ ਨਹੀਂ ਹੋ ਸਕਦਾ, ਕਿਸੇ ਵੀ ਟਾਈਮ ਤੇ ਪ੍ਰੋਬਲਮ ਜਿਹੜੀ ਤੁਹਾਨੂੰ ਆ ਸਕਦੀ ਹੈ, ਤੇ ਪਰ ਜਦੋਂ ਹੀ ਤੁਹਾਨੂੰ ਸਿੰਪਟਮਸ ਆਉਣ ਉਦੋਂ ਹੀ ਫੌਰਨ ਡਾਕਟਰ ਦੇ ਨਾਲ ਜਿਹੜੀ ਉਹ ਗੱਲ ਕੀਤੀ ਜਾ ਸਕਦੀ ਹੈ। ਸਮਟਾਈਮਸ ਡਾਕਟਰ ਸਾਹਿਬ ਮੇਰੇ ਦਿਮਾਗ ਦੇ ਵਿੱਚ ਇਹ ਵੀ ਆ ਰਿਹਾ, ਸਮਟਾਈਮਸ ਸਾਡੇ ਪੇਨ ਇੰਨੀ ਹੁੰਦੀ ਆ, ਅਨਬੇਅਰੇਬਲ ਹੁੰਦੀ ਆ, ਅਸੀਂ ਫਟਾਫਟ ਐਮਰਜੈਂਸੀ ਫੋਨ ਕਰਦੇ ਹਾਂ। ਸੋ ਇਹ ਇੱਕ ਤਰੀਕਾ ਸਹੀ ਹੋ ਸਕਦਾ? ਦੇਖੋ ਜਿਹੜੇ ਏਜ ਗਰੁੱਪ ਨੇ ਬਹੁਤ ਛੋਟੇ ਬੱਚਿਆਂ ਵਾਸਤੇ ਤਾਂ ਬੜਾ ਮੁਸ਼ਕਿਲ ਹੈ, ਪਰ ਜਿਹੜੇ 8-10 ਸਾਲ ਤੋਂ ਵੀ ਵੇਖਿਆ ਗਿਆ ਅਗਲੀ ਏਜ ਤੇ ਵੀ, ਕਿਉਂਕਿ ਇਸ ਚੀਜ਼ ਨੂੰ ਬਣਦਿਆਂ ਤੇ ਟਾਈਮ ਲੱਗਣਾ। ਇਹ ਤੇ ਹੈ ਨਹੀਂ ਵੀ ਬੱਚਾ ਜੰਮਿਆ ਅੱਜ ਤੇ ਪਰਸੋਂ ਨੂੰ ਸਟੋਨ ਆ ਜਾਣ, ਉਹ ਤੇ ਗੱਲ ਨਹੀਂ ਹੁੰਦੀ। ਪਰ ਕਈਆਂ ਬੱਚਿਆਂ ਦੀ ਜਿਹੜੀ ਜਨਮ ਤੋਂ ਹੀ ਜਿਹੜੇ ਕਿਡਨੀਜ਼ ਨੇ ਉਹਨਾਂ ਦੀ ਜਿਹੜੀ ਅਬਨੋਰਮੈਲਿਟੀ ਹੁੰਦੀ ਹੈ। ਕਈ ਵਾਰੀ ਇੱਕ ਕਿਡਨੀ ਹੁੰਦੀ ਹੈ ਬੱਚੇ ਕਿਸੇ ਦੀ, ਕਈ ਵਾਰੀ 2 ਜਿਹੜੀਆਂ ਕਿਡਨੀਜ਼ ਨੇ ਉਹ ਜੁੜੀਆਂ ਹੁੰਦੀਆਂ ਵਿੱਚੋਂ। ਸੋ ਕਈਆਂ ਨੂੰ ਕੋਈ ਮੈਟਾਬੋਲਿਕ ਡਿਸਆਰਡਰ ਹੋਏ ਬਚਪਨ ਤੋਂ, ਉਹਨਾਂ ਦੇ ਜ਼ਿਆਦਾ ਚਾਂਸਸ ਨੇ। ਸੋ ਇਹ ਵੈਰਾਈਟੀ ਆਫ ਕੰਡੀਸ਼ਨਸ ਨੇ ਜਿਹਦੇ ਵਿੱਚ ਹੀ ਹੋ ਸਕਦਾ। ਪਰ ਮੈਂ ਗੱਲ ਉਹ ਕਰਨਾ ਪਿਆ ਸਾਰਿਆਂ ਵਾਸਤੇ ਜਿਹੜੇ ਸਮਝ ਲਓ ਵੀ 20-25-30 ਸਾਲ ਤੋਂ ਉੱਪਰ ਨੇ, ਜਿਹਨਾਂ ਦੀ ਉਮਰ ਅਖੀਰ ਤੱਕ 90-95 ਸਾਲ ਤੱਕ। ਜੇ ਤੁਹਾਨੂੰ ਇਸ਼ੂ ਹੈਗਾ ਤਾਂ ਇਸ ਚੀਜ਼ ਨੂੰ ਜਿਹੜਾ ਮੈਨੇਜ ਕਰਨ ਵਾਸਤੇ ਪ੍ਰੋਪਰ ਡਾਇਗਨੋਸਿਸ, ਇਹਦੀ ਐਕਸਪਲੇਨੇਸ਼ਨ, ਇਹਦੇ ਵਾਸਤੇ ਅੰਡਰਸਟੈਂਡਿੰਗ, ਉਸ ਤੋਂ ਇਲਾਵਾ ਤੁਹਾਡਾ ਟ੍ਰੀਟਮੈਂਟ ਦਾ ਪੈਟਰਨ ਫੋਲੋ ਅਪ ਕਰਨਾ ਤੇ ਆਪਣੇ ਕਿਡਨੀ ਟੈਸਟ ਰੈਗੂਲਰਲੀ ਕਰਾਣੇ, ਇਹ ਗੱਲਾਂ ਇੰਪੋਰਟੈਂਟ ਨੇ। ਸੋ ਇਹ ਜੇ ਤੁਸੀਂ ਕਹੋ ਕਿ ਇਹ ਅੱਜ ਸਟੋਨ ਹੋਏ ਤੇ ਕੱਲ ਨਹੀਂ ਹੋਣੇ, ਉਹ ਵੀ ਟਰੂ ਨਹੀਂ ਹੈਗਾ। ਜੇ ਕਈ ਵਾਰੀ ਇੱਕ ਵਾਰੀ ਹੋ ਕੇ ਬਿਲਕੁਲ ਕੰਮ ਖਤਮ ਹੋ ਜਾਂਦਾ, ਪਰ ਡੈਫੀਨੇਟਲੀ ਜੇ ਬਾਰ-ਬਾਰ ਸਟੋਨ ਹੋਣਗੇ ਤਾਂ ਨੁਕਸਾਨ ਕਰਦਾ। ਜੀ ਬਿਲਕੁਲ ਜੀ। ਸੋ ਜਿੱਥੇ ਵੀ ਤੁਸੀਂ ਚਾਹੇ ਫੈਮਿਲੀ ਡਾਕਟਰ ਨੂੰ ਕੰਸਲਟ ਕਰ ਸਕਦੇ ਆ, ਜੇ ਤੁਹਾਨੂੰ ਜ਼ਿਆਦਾ ਲੱਗਦਾ ਤਾਂ ਐਮਰਜੈਂਸੀ ਜਾਇਆ ਜਾ ਸਕਦਾ। ਸੋ ਇਹ ਕਈ ਵਾਰੀ ਐਮਰਜੈਂਸੀ ਜਾ ਕੇ ਕਹਿ ਦਿੰਦੇ ਕਿ ਤੁਸੀਂ ਆਪਣੀ ਫੈਮਿਲੀ ਡਾਕਟਰ ਨੂੰ ਪਹਿਲਾਂ ਕੰਸਲਟ ਕਰਨਾ ਸੀ, ਫਿਰ ਐਮਰਜੈਂਸੀ ਆਇਆ ਜਾ ਸਕਦਾ। ਸੋ ਕਈ ਵਾਰੀ ਉੱਥੇ ਵੀ ਅਸੀਂ ਕਨਫਿਊਜ਼ ਹੋ ਜਾਂਦੇ ਹਾਂ। ਦੇਖੋ ਇਹ ਜਿਹੜਾ ਨਾ ਹੁਣ ਇੱਥੇ 911 ਹੈਗਾ, 911 ਵਾਸਤੇ ਨਹੀਂ ਯੂਜ਼ ਕਰ ਸਕਦੇ ਆਪਾਂ। 811 ਦਾ ਨੰਬਰ ਹੈਗਾ ਨਰਸ ਜਾਂ ਜੋ ਵੀ ਤੁਹਾਨੂੰ ਨਰਸ ਪ੍ਰੈਕਟੀਸ਼ਨਰ ਨੇ ਜਾਂ ਜਿਹੜੇ ਵੀ ਉੱਥੇ ਇਨਫੋਰਮੇਸ਼ਨ ਦਿੰਦੇ ਨੇ, ਸਾਰੀ ਉਹਨਾਂ ਕੋਲ ਇਨਫੋਰਮੇਸ਼ਨ ਹੁੰਦੀ ਹੈ। ਪਰ ਉਹ ਵੀ ਗੱਲਾਂ ਬਾਤਾਂ ਨੇ, ਉਹਨੀਆਂ ਗੱਲਾਂ ਤਾਂ ਸਾਡੇ ਲੋਕਾਂ ਨੂੰ ਆਪ ਹੀ ਆਉਂਦੀਆਂ ਸਾਰੀਆਂ। ਹੁਣ YouTube ਤੇ ਕੋਈ ਵੀ ਤੁਸੀਂ ਚੀਜ਼ ਔਨ ਕਰ ਲਓ, 2 ਮਿੰਟਾਂ 'ਚ ਤੁਹਾਨੂੰ ਪਤਾ ਲੱਗ ਜਾਂਦਾ। ਹੁਣ ਤੇ ਜਿਹੜਾ ਆਉਣ ਵਾਲਾ ਸਮਾਂ ਉਹਦੇ ਵਿੱਚੋਂ ਜਿਹੜਾ ਹੋਰ ਟੈਕਨੋਲੋਜੀ ਦੇ ਵਿੱਚ ਆ ਰਿਹਾ, ਜਿਹੜੀ ਇਨਫੋਰਮੇਸ਼ਨ ਟੈਕਨੋਲੋਜੀ ਹੈ, ਉਹ ਇੰਨਾ ਬਦਲ ਜਾਣਾ ਵੀ ਘਰ ਬੈਠੇ ਤੁਸੀਂ ਕਹਿਣਾ ਵੀ ਆਹ ਮੈਨੂੰ ਪ੍ਰੋਬਲਮ ਹੈ, ਉਹ ਕੀ ਕਹਿੰਦੇ ਉਹਨੂੰ ਆਪਣੇ ਦੀ ਨਿਊ ਜਿਹੜੀ ਟੈਕਨੋਲੋਜੀ ਮੇਰੇ ਦਿਮਾਗ 'ਚੋਂ ਨਿਕਲ ਗਈ ਹੈ, ਉਹ ਆ ਰਹੀ ਹੈ। ਉਹਦੇ ਵਿੱਚੋਂ ਤੁਸੀਂ ਸਾਰੀਆਂ ਗੱਲਾਂ ਆਪਣੀਆਂ ਹੁਣ ਤੁਸੀਂ ਗੂਗਲ ਕਰਦੇ ਹੋ, ਪਰ ਇੱਕ ਟਾਈਮ ਆਉਣਾ ਵੀ ਤੁਸੀਂ ਉੱਥੇ ਲਿਖੋਗੇ ਤੇ ਉਹ ਤੁਹਾਨੂੰ ਇਨਫੋਰਮੇਸ਼ਨ ਸਾਰੀ ਪਹੁੰਚਾ ਦੇਗਾ ਵੀ ਆਹ ਤੁਹਾਨੂੰ ਪ੍ਰੋਬਲਮ ਹੈ, ਆਹ ਤੁਹਾਡਾ ਏਜ ਗਰੁੱਪ ਹੈ, ਇੱਥੇ ਡਾਕਟਰ ਬੈਠੇ ਨੇ, ਆਹ ਚੰਗਾ ਡਾਕਟਰ ਹੈ, ਮਾੜਾ ਡਾਕਟਰ, ਆਹ ਹਸਪਤਾਲ ਚੰਗਾ, ਹਸਪਤਾਲ ਮਾੜਾ, ਇੱਥੇ ਟ੍ਰੈਫਿਕ ਬੜੀ ਫਸੀ ਹੈ, ਇਸ ਤਰ੍ਹਾਂ ਚਲੇ ਜਾਓ। ਸੋ ਉਹ ਵੀ ਸਿਸਟਮ ਆ ਰਿਹਾ। ਵਿਦਨ ਮੇਰੀ ਲਾਈਫ ਟਾਈਮ ਦੇ ਵਿੱਚ ਨਹੀਂ ਇਹ ਬਦਲਣਾ, ਪਰ ਤੁਹਾਡੀ ਤੇ ਤੁਹਾਡੇ ਬੱਚਿਆਂ ਦੀ ਲਾਈਫ ਟਾਈਮ ਦੇ ਵਿੱਚ ਸਾਰਾ ਸਿਸਟਮ ਬਦਲ ਜਾਣਾ। ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਸਾਰਾ ਕੁਝ ਜਿਹੜੇ ਬੰਦੇ ਨਹੀਂ ਰੱਖਣਗੇ ਅਪ ਟੂ ਡੇਟ ਨੌਲੇਜ, ਉਹ ਸਾਰਿਆਂ ਦਾ ਕੰਮ ਖਰਾਬ ਹੋਣਾ ਬੜਾ। ਉਹ ਨਹੀਂ ਵੀ ਤੁਹਾਡਾ ਵੀ ਜਿਸ ਤਰ੍ਹਾਂ ਤੁਹਾਡੇ ਵੀ ਜੌਬ ਦੇ ਵਿੱਚ ਪ੍ਰੋਫੈਸ਼ਨ 'ਚ ਵੀ ਫਰਕ ਪੈਣਾ। ਜਿਸ ਤਰ੍ਹਾਂ ਡਿਜੀਟਲ ਪਹਿਲਾਂ ਮੈਥਡ ਸੀ, ਹੁਣ ਪਹਿਲਾਂ ਚੈਨਲ ਦੇ ਮਗਰ ਕਿੰਨਾ ਸਿਆਪਾ ਹੁੰਦਾ ਸੀ ਲੈਣ ਦਾ, ਐਪਲੀਕੇਸ਼ਨ ਕਰੋ, ਇਹ ਕਰੋ। ਹੁਣ ਘਰ ਬੈਠੇ YouTube ਜਿਹੜਾ ਮਰਜ਼ੀ ਬਣਾ ਲਏ, ਹਰ ਕੋਲ ਚੈਨਲ ਹੈ ਆਪਣਾ, ਪਰ ਜਿਹੜਾ ਕੁਆਲਿਟੀ ਦਾ ਪ੍ਰੋਡਕਟ ਹੈ ਉਹ ਉਸ ਹਿਸਾਬ ਨਾਲ ਬਦਲਣਾ। ਸੋ ਜਿਹੜੀ ਸਾਇੰਸ ਹੈ ਉਹ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਟੇਕ ਓਵਰ ਕਰ ਲਈ ਕਾਫੀ ਜ਼ਿਆਦਾ। ਅਸੀਂ ਇੱਥੇ ਥੋੜ੍ਹੇ ਜਿਹੇ ਬੈਕਵਰਡ ਹਾਂ ਕਿਉਂਕਿ ਸਾਡਾ ਸਿਸਟਮ ਪਿੱਛੇ ਬੜਾ, ਪਰ ਆਪਾਂ ਦੇਖੀਏ ਜਿੱਥੋਂ ਅਸੀਂ ਆਏ ਹਾਂ ਜਾਂ ਬਾਕੀ ਕੰਟਰੀਜ਼ ਨੇ ਬਹੁਤ ਅੱਗੇ ਜਾ ਚੁੱਕੀਆਂ। ਸੋ ਇਸ ਕਰਕੇ ਜਿਹੜਾ ਨਾ ਧਿਆਨ ਰੱਖਣਾ ਚਾਹੀਦਾ, ਕੁੱਲ ਮਿਲਾ ਕੇ ਮਸ਼ੀਨਾਂ ਤੇ ਡਿਪੈਂਡ ਹੋਣ ਤੋਂ ਪਹਿਲਾਂ ਅਸੀਂ ਆਪਣੀ ਸਿਹਤ ਦਾ ਆਪ ਧਿਆਨ ਰੱਖੀਏ, ਵਧੀਆ ਖਾਈਏ ਤੇ ਵਧੀਆ ਡਾਈਟ ਹੋਈਏ ਤਾਂ ਕਿ ਬਿਮਾਰੀਆਂ ਘੱਟ ਤੋਂ ਘੱਟ ਲੱਗਣ। ਉਹ ਤਾਂ ਗੱਲ ਠੀਕ ਹੈ, ਪਰ ਨਾਲ ਇਹ ਵੀ ਰੱਖੋ ਕਿ ਜੇ ਤੁਸੀਂ ਕਿਸੇ ਮਸ਼ੀਨ ਕੋਲ ਜਾਣਾ, ਸਪੋਜ਼ ਵੀ ਤੁਸੀਂ ਉਹਨੂੰ ਪ੍ਰੋਗਰਾਮ ਦੇਣਾ, ਮੈਂ ਆ ਰਿਹਾ ਅਤੇ ਪ੍ਰੋਗਰਾਮ ਦੇਣ ਵਾਸਤੇ ਕੋਈ ਗੱਲ ਕਰਨ ਵਾਸਤੇ ਆਉਣਾ, ਪਹਿਲਾਂ ਮੈਨੂੰ ਤਾਂ ਪੜ੍ਹਨਾ ਹੀ ਪੈਣਾ। ਇਨਫੋਰਮੇਸ਼ਨ ਤਾਂ ਤੁਹਾਨੂੰ ਆਪ ਪਹਿਲਾਂ ਲੈਣੀ ਪੈਣੀ, ਪਰ ਐਂਟਰੀ ਕਰਨ ਵਾਸਤੇ ਬੇਸਿਕ ਨੌਲੇਜ ਹੋਣਾ ਬੜਾ ਜ਼ਰੂਰੀ ਹੈ। ਸੋ ਹੈਲਥ ਦੇ ਇਸ਼ੂ ਮੈਂ ਇੰਨੇ ਸਾਲਾਂ 'ਚ ਪ੍ਰੋਗਰਾਮ ਤਾਂ ਕਰਨਾ ਪਿਆ ਵੀ ਇੰਨੀ ਲੋਕਾਂ 'ਚ ਅਵੇਅਰਨੈਸ ਹੋ ਜਾਏ ਕਿ ਤੁਹਾਨੂੰ ਜਿਹੜਾ ਨਾ ਛੋਟੀਆਂ ਮੋਟੀਆਂ ਗੱਲਾਂ ਤੁਸੀਂ ਆਪਣੇ ਆਪ ਉਹਨੂੰ ਇਨਫੋਰਮੇਸ਼ਨ ਲੈ ਕੇ ਚੰਗੇ ਸਵਾਲ ਪੈਦਾ ਕਰ ਸਕਦੇ ਹੋ। ਉਹਨਾਂ ਸਵਾਲਾਂ ਦੇ ਵਿੱਚੋਂ ਤੁਹਾਨੂੰ ਜਵਾਬ ਮਿਲਦਾ, ਟਾਈਮ ਬਚਦਾ। 811 ਦੀ ਗੱਲ ਕੀਤੀ, ਐਮਰਜੈਂਸੀ ਜਾਓਗੇ, ਜਾਂਦੇ ਆ, ਜੇ ਤੁਹਾਡਾ ਸਟੋਨ ਗਿਆ ਨਿਕਲ, ਉਹਨਾਂ ਨੇ ਕਹਿਣਾ ਐਵੇਂ ਆ ਗਿਆ। ਖਾਸ ਕਰਕੇ ਉਹਨਾਂ ਨੇ ਜੇ ਵੀਕਐਂਡ 'ਤੇ ਕੋਈ ਬੰਦਾ ਜਾਏ ਤਾਂ ਉਹਨਾਂ ਕਹਿਣਾ ਪਤਾ ਨਹੀਂ ਇਹ ਪੰਜਾਬੀ ਬੰਦਾ ਪਤਾ ਨਹੀਂ ਸ਼ਰਾਬ ਪੀਤੀ ਹੈ। ਇਹ ਨਹੀਂ ਵੇਖਣਾ ਵੀ ਪਹਿਲਾਂ ਇਹਨੂੰ ਐਗਜ਼ਾਮਨ ਕਰ ਲਈਏ ਤਾਂ ਵੇਖ ਲਈਏ ਵੀ ਸਟੋਨ ਤਾਂ ਨਹੀਂ ਹੈਗਾ। ਸੋ ਕਈ ਜਿਹੜੀਆਂ ਨਾ ਗੱਲਾਂ
ਉਹ ਸਿਸਟਮ ਦੇ ਵਿੱਚ ਡਿਜ਼ਾਈਨ ਇਸ ਤਰੀਕੇ ਨਾਲ ਮਾਈਂਡ 'ਚ ਕਰਤੀਆਂ ਗਈਆਂ ਨੇ ਪਿਛਲੇ 20 30 40 ਸਾਲਾਂ ਬਾਅਦ ਕਿ ਉਹਨੂੰ ਬਦਲਣ ਵਾਸਤੇ ਆਪਣਾ ਮਾਈਂਡ ਸੈਟ ਬਦਲਣ ਵਾਸਤੇ ਨੌਲੇਜ ਜਿਹੜਾ ਨਾ ਬੜਾ ਜ਼ਰੂਰੀ ਹੈ ਹੈਲਥ ਵਾਸਤੇ ਨੌਲੇਜ ਜ਼ਰੂਰੀ ਹੈ ਇਹ ਪ੍ਰੋਗਰਾਮ ਦਾ ਇੱਕੋ ਮਕਸਦ ਹੈ ਮੈਂ ਬੇਸਿਕ ਲੈਵਲ ਤੇ ਗੱਲ ਆ ਕੇ ਕਰਨਾ ਕੋਈ ਡਾਕਟਰ ਤੇ ਆਪਾਂ ਕਿਸੇ ਨੇ ਬਣਾਉਣਾ ਨਹੀਂ ਤੇ ਨਾ ਹੀ ਸਾਡੇ ਤੋਂ ਬਹੁਤ ਲੋਕੀ ਸਿਆਣੇ ਬੈਠੇ ਨੇ ਪਰ ਜਿਹੜੀ ਵੀ ਚੀਜ਼ ਹੈਗੀ ਉਹਨੂੰ ਪੜ੍ਹੋ ਪਰ ਕਿਡਨੀ ਸਟੋਨਸ ਬਾਰੇ ਥੋੜ੍ਹਾ ਜਿਹਾ ਨੌਲੇਜ ਵਧਾਓ ਖਾਸ ਕਰਕੇ ਜੇ ਤੁਸੀਂ ਟਰੈਵਲ ਕਰਦੇ ਪਿਓ ਤਾਂ ਮੁਸ਼ਕਲ ਆ ਸਕਦੀ ਹੈ ਪਲੱਸ ਜਿਹੜਾ ਜਦੋਂ ਤੁਹਾਨੂੰ ਡਾਕਟਰ ਨੇ ਮੈਡੀਸਨ ਦੇ ਦਿੱਤੀ ਤੁਹਾਨੂੰ ਤੁਹਾਡੀ ਸ਼ੌਕ ਵੇਵ ਥੈਰੇਪੀ ਵੀ ਹੋ ਗਈ ਤੁਹਾਨੂੰ ਸਾਰਾ ਕੁਝ ਕਰਤਾ ਘਰ ਆ ਕੇ ਤੁਹਾਨੂੰ ਕੰਟੇਨਰ ਦੇਣਗੇ ਨੋਟ ਕਰ ਲਓ ਵੀ ਉਹ ਸਟੋਨ ਆਏ ਕਿ ਨਹੀਂ ਆਏ ਬਾਹਰ ਐਵੇਂ ਨਾ ਕਹਿ ਦਿਓ ਵੀ ਸਟੋਨ ਮੇਰੇ ਚਲੇ ਗਏ ਬਿਕਾਜ਼ ਬਾਰ-ਬਾਰ ਅਲਟਰਾਸਾਊਂਡ ਕਰਾਉਣ ਦਾ ਤਾਂ ਹੀ ਫਾਇਦਾ ਵੀ ਜੇ ਤੁਹਾਨੂੰ ਕੋਈ ਸਿੰਪਟਮ ਹੈ ਨਹੀਂ ਸੋ ਸਿਸਟਮ ਨੂੰ ਯੂਜ਼ ਕਰਨਾ ਵੀ ਬੜੀ ਚੰਗੇ ਤਰੀਕੇ ਨਾਲ ਯੂਜ਼ ਕਰਨਾ ਬੜੀ ਚੰਗੀ ਗੱਲ ਹੈ ਟੈਕਨੋਲੋਜੀ ਨੂੰ ਅੰਡਰਸਟੈਂਡ ਕਰਨਾ ਬੜੀ ਇੰਪੋਰਟੈਂਟ ਗੱਲ ਹੈ ਪਰ ਯੂਜ਼ ਕਰਨਾ ਜਿਹੜਾ ਨਾ ਉਹ ਬੜਾ ਕ੍ਰੂਸ਼ੀਅਲ ਹੋਣਾ ਸੋ ਹੈਲਥ ਕੇਅਰ ਦੇ ਵਿੱਚ ਮੈਂ ਕਰਾਂਗਾ 2-3 ਪ੍ਰੋਗਰਾਮ ਆਉਣ ਵਾਲੇ ਸਮੇਂ ਦੇ ਵਿੱਚ ਕਿ ਜਿਹੜੀ ਟੈਕਨੋਲੋਜੀ ਉਹਨੇ ਸਾਰਾ ਜਿਹੜਾ ਨਾ ਸਾਡਾ ਜਿਹੜਾ ਰੋਲ ਹੈ ਪ੍ਰਾਇਮਰੀ ਡਾਕਟਰ ਦਾ ਰੋਲ ਐਡਾ ਵੱਡਾ ਹੁੰਦਾ ਸੀ ਇੰਨਾ ਰਹਿ ਜਾਣਾ ਬਿਲਕੁਲ ਡਾਕਟਰ ਸਾਹਿਬ ਇਨਫੋਰਮੇਸ਼ਨ ਇਜ਼ ਪਾਵਰ ਆਪਾਂ ਹਮੇਸ਼ਾ ਪੜ੍ਹਦੇ ਹੈਗੇ ਆ ਤੇ ਇਨਫੋਰਮੇਸ਼ਨ ਜਦੋਂ ਸਾਨੂੰ ਸਾਡੀ ਆਪਣੀ ਲੈਂਗੁਏਜ ਦੇ ਵਿੱਚ ਮਿਲ ਜੇ ਤਾਂ ਉਹਦੀ ਕੋਈ ਰੀਸ ਨਹੀਂ ਹੈਗੀ ਸੋ ਟਾਈਮ ਦੇ ਨਾਲ ਜੇ ਚੱਲਾਂਗੇ ਤਾਂ ਟਾਈਮ ਵੀ ਸਾਡੇ ਨਾਲ ਚੱਲੇਗਾ ਅਦਰਵਾਈਜ਼ ਅਸੀਂ ਪਿੱਛੇ ਰਹਿ ਜਾਵਾਂਗੇ ਸੋ ਇਸ ਪ੍ਰੋਗਰਾਮ ਦਾ ਮਕਸਦ ਇਹੀ ਹੈ ਕਿ ਇਨਫੋਰਮੇਸ਼ਨ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਈ ਜਾਵੇ ਤੇ ਤੁਸੀਂ ਹਰ ਹਫਤੇ ਸਾਡੇ ਸਟੂਡੀਓ ਆਉਂਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਨਾ ਮੈਂ ਗੱਲ ਜਿਹੜੀ ਕਿਉਂਕਿ ਆਪਣਾ ਪ੍ਰੋਗਰਾਮ ਦਾ ਟੌਪਿਕ ਸੀ ਬੜਾ ਸ਼ਾਰਟ ਸੀ ਜੀ ਉਹਨੂੰ ਮੈਂ ਬਹੁਤਾ ਐਕਸਪੈਂਡ ਨਹੀਂ ਕਰ ਸਕਦਾ ਸੀ ਵੀ ਇੰਨੀਆਂ ਗੱਲਾਂ ਕਰ ਸਕਦੇ ਹਾਂ ਸਟੋਨ ਬਾਰੇ ਜਿਹੜਾ ਟਾਈਮ ਸੀ ਉਹਦੇ ਵਿੱਚ ਮੇਰਾ ਦੱਸਣ ਦਾ ਇੱਕੋ ਹੀ ਮਕਸਦ ਹੈ ਕਿ ਤੁਸੀਂ ਥੋੜ੍ਹਾ ਜਿਹਾ ਆਪਣਾ ਨੌਲੇਜ ਜਿਹੜਾ ਨਾ ਉਹਨੂੰ ਵਧਾਉਣ ਵਾਸਤੇ ਤੁਹਾਨੂੰ ਥੋੜ੍ਹਾ ਜਿਹਾ ਹੱਥ ਪੈਰ ਮਾਰਨੇ ਪੈਣੇ ਨੇ ਅਤੇ ਹੁਣ ਜਿਹੜੀ ਟੈਕਨੋਲੋਜੀ ਅੱਗੋਂ ਆ ਰਹੀ ਹੈ ਉਹਦੇ ਵਿੱਚੋਂ ਤੁਸੀਂ ਇੰਨਾ ਐਡੇ ਸੌਖੇ ਤਰੀਕੇ ਨਾਲ ਤੁਸੀਂ ਮੈਨੇਜ ਕਰ ਸਕਦੇ ਹੋ ਹੁਣ ਬਲੱਡ ਪ੍ਰੈਸ਼ਰ ਵੀ ਲੋਕੀ ਘਰ ਮੇਜਰ ਕਰ ਲੈਂਦੇ ਨੇ ਆਪਣਾ ਹਾਰਟ ਰੇਟ ਦੇਖ ਲੈਂਦੇ ਨੇ ECG ਕਰ ਕਰਕੇ ਤੁਹਾਨੂੰ ਭੇਜ ਸਕਦੇ ਹੋ ਤੁਸੀਂ ਆਪਣਾ ਜਿਹੜਾ ਇਸ ਤੋਂ ਇਲਾਵਾ ਆਪਣਾ ਸੌਣ ਦਾ ਜਦੋਂ ਤੁਹਾਨੂੰ ਪ੍ਰੋਬਲਮ ਆਉਂਦੀ ਉਹ ਮੋਨੀਟਰ ਕਰ ਸਕਦੇ ਹੋ ਹਾਰਟ ਰੇਟ ਵੇਖ ਸਕਦੇ ਹੋ ਸਲੀਪ ਐਪਨੀਆ ਨੋਟ ਕਰਵਾ ਸਕਦੇ ਹੋ ਸਾਰੀਆਂ ਗੱਲਾਂ ਤੁਸੀਂ ਬਹੁਤ ਸਾਰੀਆਂ ਗੱਲਾਂ ਆਪ ਮੈਨੇਜ ਕਰ ਸਕਦੇ ਹੋ ਅਤੇ ਦੁਨੀਆ ਦੇ ਵਿੱਚ ਬਿਲੀਅਨਸ ਦੇ ਲੋਕ ਨੇ ਜਿਨ੍ਹਾਂ ਕੋਲ ਡਾਕਟਰ ਨਹੀਂ ਹੈਗੇ ਉਹ ਮੈਨੇਜ ਕਰਦੇ ਪਏ ਨੇ ਉਹ ਚੰਗੇ ਤਰੀਕੇ ਨਾਲ ਰਹਿ ਰਹੇ ਨੇ ਇਸ ਕਰਕੇ ਹੋ ਸਕਦਾ ਵੀ ਇਹ ਜਿਹੜਾ ਟੈਕਨੋਲੋਜੀ ਦਾ ਜਿਹੜਾ ਚੈਲੰਜ ਆਉਣਾ ਲੋਕਾਂ ਵਾਸਤੇ ਵੀ ਠੀਕ ਹੋਏਗਾ ਸਿਸਟਮ ਲਈ ਵੀ ਠੀਕ ਹੋਏਗਾ ਅਤੇ ਜਿਹੜੇ ਡਾਕਟਰ ਨੇ ਹੋ ਸਕਦਾ ਵੀ ਉਹ ਫਿਰ ਜ਼ਿਆਦਾ ਟਾਈਮ ਕੁਆਲਿਟੀ ਟਾਈਮ ਪੇਸ਼ੈਂਟ ਨੂੰ ਦੇ ਕੇ ਉਹਨਾਂ ਦੀ ਗੱਲ ਚੰਗੇ ਤਰੀਕੇ ਨਾਲ ਜ਼ਿਆਦਾ ਸੁਣਨਗੇ ਜ਼ਿਆਦਾ ਟਾਈਮ ਦੇਣਗੇ ਤਾਂ ਸ਼ਾਇਦ ਜ਼ਿਆਦਾ ਫਾਇਦਾ ਹੋ ਜਾਏ ਜੀ ਬਿਲਕੁਲ ਜੀ ਥੈਂਕ ਯੂ ਸੋ ਮਚ ਵਾਂਸ ਅਗੇਨ ਥੈਂਕ ਯੂ ਜੀ ਸੋ ਡਾਕਟਰ ਗੁਲਜ਼ਾਰ ਚੀਮਾ ਦੇ ਨਾਲ ਗੱਲਬਾਤ ਹੋਈ ਹੈ ਜਿਨ੍ਹਾਂ ਨੇ ਅੱਜ ਸਾਨੂੰ ਇਨਫੋਰਮੇਸ਼ਨ ਦਿੱਤੀ ਹੈ ਕਿਡਨੀ ਸਟੋਨਸ ਦੇ ਬਾਰੇ ਕਿ ਸਟੋਨਸ ਕਿਉਂ ਹੁੰਦੇ ਨੇ ਕਿਸ ਤਰ੍ਹਾਂ ਦੇ ਨਾਲ ਹੁੰਦੇ ਨੇ ਸਿੰਪਟਮ ਕਿਸ ਤਰ੍ਹਾਂ ਹੋ ਸਕਦੇ ਨੇ ਪ੍ਰੀਵੈਂਸ਼ਨ ਕਿਸ ਤਰ੍ਹਾਂ ਦੇ ਨਾਲ ਕੀਤੀ ਜਾ ਸਕਦੀ ਹੈ ਇਸ ਪ੍ਰੋਗਰਾਮ ਦਾ ਮਕਸਦ ਤੁਹਾਡੇ ਤੱਕ ਵੱਧ ਤੋਂ ਵੱਧ ਇਨਫੋਰਮੇਸ਼ਨ ਪਹੁੰਚਾਉਣਾ ਜਿੱਦਾਂ ਡਾਕਟਰ ਚੀਮਾ ਨੇ ਦੱਸਿਆ ਹੈ ਕਿ ਹੁਣ ਟੈਕਨੋਲੋਜੀ ਬਹੁਤ ਅੱਗੇ ਵੱਧ ਰਹੀ ਹੈ ਪਰ ਇਹ ਟੈਕਨੋਲੋਜੀ ਅਸੀਂ ਤਾਂ ਹੀ ਯੂਜ਼ ਕਰ ਸਕਦੇ ਹਾਂ ਜੇ ਸਾਡੇ ਕੋਲ ਇਨਫੋਰਮੇਸ਼ਨ ਹੋਏਗੀ ਸੋ ਬੇਸਿਕ ਇਨਫੋਰਮੇਸ਼ਨ ਸਾਰਿਆਂ ਦੇ ਲਈ ਹੋਣੀ ਜ਼ਰੂਰੀ ਹੈ ਸਾਡੀ ਆਪਣੀ ਭਾਸ਼ਾ ਦੇ ਵਿੱਚ ਸਾਨੂੰ ਪਤਾ ਹੋਵੇ ਕਿ ਜੇ ਇਹ ਪ੍ਰੋਬਲਮ ਹੁੰਦੀ ਹੈ ਤਾਂ ਅਸੀਂ ਕਿੱਥੇ ਜਾ ਸਕਦੇ ਹਾਂ ਕੀ ਆਪਸ਼ਨਸ ਹੋ ਸਕਦੇ ਆ ਤੇ ਕਿਸ ਤਰ੍ਹਾਂ ਦੇ ਨਾਲ ਅਸੀਂ ਆਪਣੀ ਤੇ ਆਪਣੇ ਪਰਿਵਾਰ ਵਾਲਿਆਂ ਦੀ ਰਖਵਾਲੀ ਕਰ ਸਕਦੇ ਹਾਂ ਖਾਸ ਕਰਕੇ ਹੈਲਥ ਦੇ ਅਕੋਰਡਿੰਗਲੀ ਕਿ ਹੈਲਥ ਸਾਡੀ ਕਿਸ ਤਰ੍ਹਾਂ ਦੀ ਹੋਵੇ ਹੈਲਥ ਸ਼ੋ ਅਗਲੇ ਹਫਤੇ ਫਿਰ ਲੈ ਕੇ ਹਾਜ਼ਰ ਹੋਵਾਂਗੇ ਇਸੇ ਤਰ੍ਹਾਂ ਦੇਖਦੇ ਰਹੋ ਸਾਂਝਾ TV